ਇਹਦੀ ਡੈਥ ਹੋਈ ਹੈ ਉਹਦਾ ਸਾਨੂੰ ਕੋਈ ਪਹਿਲਾਂ ਸਾਡੇ ਕੋਲੇ ਕੋਈ ਪ੍ਰੂਫ ਨਹੀਂ ਸੀ। ਅਸੀਂ ਉਹਦੇ ਫੋਨ ਖੋਲ੍ਹੇ, ਜਦੋਂ ਫੋਨ ਖੋਲ੍ਹਦੇ ਬਾਈ ਦਾ ਫੋਨ ਵਾਗਿਆ, ਕਹਿੰਦਾ ਵੀ ਇੱਧਰ ਹੀ ਮਾੜਾ ਜਿਹਾ ਕੰਮ ਤਾਂ ਹੈਗਾ। ਜੋ ਚੈਟਾਂ ਪੜ੍ਹੀ ਗਏ ਵੀ ਉਹਦਾ ਕੰਮ ਦੀ ਰਾਤ 23 ਦੀ ਮਾਰਨਿੰਗ 2:02 ਦੇ ਵੀਰੋ ਫੋਨ ਲਾਉਣ ਲੱਗ ਜਾਂਦਾ। ਸ਼ਾਮ ਦੇ 4:45 ਵਜੇ ਤੱਕ ਉਹਨੂੰ 8 ਤੋਂ 9 ਕਾਲਾਂ, ਉਹ ਚੋਂ ਕਾਲਾਂ ਰਿਜੈਕਟ ਵੀ ਨੇ, ਅਨਰਿਸੀਵ ਵੀ ਨੇ, ਸਾਰੇ ਸਾਡੇ ਕੋਲ ਸਕਰੀਨ ਸ਼ਾਟ ਪਏ ਨੇ। ਫਿਰ ਉਹਨੇ ਫੋਨ ਲਾਇਆ ਉਹਦੇ ਫੁੱਫੜ ਜੀ ਨੂੰ, ਜਿਹੜੇ ਬਚੋਲਾ ਨੂੰ, ਸਾਡੀ ਜੀਜਾ ਜੀ ਨੂੰ, ਤੇ ਉਸ ਤੋਂ ਬਾਅਦ ਉਹਨੇ ਲਾਇਆ ਵਿੱਕੀ ਨੂੰ, ਫਿਰ ਲਾਇਆ ਉਹਨੇ ਸਨੀ ਨੂੰ ਵੀ ਯਾਰ ਮੇਰੇ ਫੋਨ ਨਹੀਂ ਪਿਕ ਕਰ ਰਹੀ। ਉਹਨਾਂ ਸਾਰਿਆਂ ਨੇ ਫੋਨ ਲਾਇਆ ਬੇਅੰਤਵਾਜ ਨਾਲ, ਉਹਨੇ ਕਿਸੇ ਦਾ ਫੋਨ ਨਹੀਂ। ਕੈਨੇਡਾ ਤੋਂ ਮੁੰਡੇ ਦਾ ਫੋਨ ਆਇਆ ਮੈਨੂੰ, ਕਹਿੰਦਾ ਵੀਰ, ਕਹਿੰਦਾ ਵੀ ਇਹ ਕੁੜੀ ਨੇ ਕਿਸੇ ਕੋਲੇ ਕਿਹਾ ਵੀ ਮੈਂ 5-7 ਲੱਖ ਰੁਪਏ ਦਾ ਜੁਗਾੜ ਕਰ ਰਹੀ ਹਾਂ, ਵੀ ਅਸੀਂ ਇਹਦੀ ਪੋਸਟਮਾਰਟਮ ਦੀ ਰਿਪੋਰਟ ਹੀ ਚੇਂਜ ਕਰਾਂਗੇ, ਵੀ ਇਹਨੂੰ ਅਸੀਂ ਜਾਂ ਤਾਂ ਸੱਪ ਲੇੜਾ ਦਿਖਾ ਦਾਂਗੇ ਜਾਂ ਉੱਦਾਂ ਕੁਛ ਦਿਖਾ ਦਾਂਗੇ ਵੀ ਇਹ ਸਾਡੇ 'ਤੇ ਕੇਸ ਨਹੀਂ ਕਰ ਸਕਣਗੇ। ਮੈਂ ਉਹਨੂੰ ਇਗਨੋਰ ਮਾਰ ਗਿਆ, ਮੈਂ ਕਿਹਾ ਯਾਰ ਐਵੇਂ ਮਾਰਦੀ ਜਾਵੜੀ ਐਂ ਕਿੱਦਾਂ ਹੋ ਜਾਂਦਾ ਹੈ ਨਾ। ਤੇ ਹੁਣ ਇਹ 15-16 ਦਿਨਾਂ ਬਾਅਦ ਜਦੋਂ ਕੱਲ੍ਹ ਇਹ ਆ ਕੇ ਚੈਨਲ 'ਤੇ ਸਾਰਾ ਟੱਬਰ ਚਿੱਟਾ ਬੋਲ ਰਿਹਾ, ਸਾਨੂੰ ਹੁਣ ਸ਼ੱਕ ਹੁੰਦੀ ਹੈ ਵੀ ਇਹਨਾਂ ਨੇ ਪੋਸਟਮਾਰਟਮ ਦੀ ਰਿਪੋਰਟ 'ਚ ਕੋਈ ਘਪਲਾ ਕਰਾ ਕਿਸੇ ਨਸ਼ੇ ਦਾ ਨਹੀਂ ਜੀ। ਲਾਡੀ ਕੋਈ ਨਸ਼ਾ ਨਹੀਂ ਕਰਦਾ, ਕਿਉਂਕਿ ਜਦੋਂ ਤੁਹਾਡੇ ਬੱਚੇ ਦਾ ਮਾਮਲਾ ਸਾਹਮਣੇ ਆਇਆ ਨਾ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੇਜਾਂ ਦੇ ਪੇਜ ਭਰ ਗਿਆ, ਫਲਾਣਾ ਮੇਰੇ ਨਾਲ ਵੀ ਧੋਖਾ ਹੋ ਗਿਆ, ਕੋਈ ਕਹਿੰਦਾ ਮੈਨੂੰ ਮੁੰਡਾ ਧੋਖਾ ਦੇਗਾ, ਕੋਈ ਕਹਿੰਦਾ ਕੁੜੀ ਧੋਖਾ ਦੇਗੀ। ਤਾਂ ਬੜਾ ਹੈਰਾਨ ਹੋ ਗਿਆ ਵੀ ਇਹ ਸਾਡੇ ਪਰਿਵਾਰਾਂ 'ਚ ਹੋ ਕੀ ਗਿਆ ਆਖਰ। ਤਾਂ ਕੀ ਕਾਰਨ, ਤੁਹਾਨੂੰ ਕੀ ਲੱਗਦਾ ਕਾਰਨ ਕੀ ਹੋਣਗੇ ਜਿਹੜਾ ਲਵਪ੍ਰੀਤ ਤੋਂ ਇਸ ਤਰ੍ਹਾਂ ਉਹ ਕਰਦੀ ਸੀ, ਉਹਨੂੰ ਨਹੀਂ ਸੀ ਉੱਥੇ ਉਹ ਕਹਿੰਦੀ ਵੀ ਮੈਨੂੰ ਇਹ ਮੁੰਡਾ ਪਸੰਦ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਨਾ। ਤੂੰ ਨਹੀਂ ਵਿਆਹ ਕਰਾਉਣਾ ਸੀ, ਸਾਡੇ ਮੁੰਡੇ ਦਾ ਨਾਂ ਕਰਾਉਂਦੀ, ਇਹਦੇ ਪੇਪਰ ਲਵਾ ਕੇ ਇਹਨੂੰ ਉੱਥੇ ਲਿਆ ਕੇ ਛੱਡ ਦਿੰਦੀ। ਉਹ ਵੀ ਲਾਡੀ ਨੇ ਕਿਹਾ ਵੀ ਜੇ ਕਹਿੰਦਾ ਚਰਚ ਪਿਆ, ਜੇ ਤੇਰਾ ਕਿਸੇ ਮੁੰਡੇ ਨਾਲ ਹੋਰ ਰਿਲੇਸ਼ਨ ਨੇ, ਕਹਿੰਦਾ ਮੈਂ ਇੰਟਰਫੇਅਰ ਨਹੀਂ ਕਰੂੰਗਾ, ਵੀ ਤੂੰ ਮੇਰਾ ਇੱਕ ਵਾਰ ਇੱਥੋਂ ਕਰਦੇ ਵੀ ਮੈਂ ਲੋਕਾਂ ਤੋਂ ਸੁਣ ਕੇ ਅੱਕਿਆ ਪਿਆ। ਲੋਕ ਮੈਨੂੰ ਕੈਨੇਡਾ ਵਾਲਾ ਕਹਿ ਕੇ ਮੈਨੂੰ ਮਜ਼ਾਕ ਕਰਦੇ ਆ, ਲੋਕ ਮੈਨੂੰ ਕਹਿੰਦੇ ਵੀ ਤੇਰੀ ਘਰ ਵਾਲੀ ਤੈਨੂੰ ਲੈ ਕੇ ਨਹੀਂ ਜਾਂਦੀ, ਨਾਲੇ ਤੇਰਾ ਕਿੱਲਾ ਵਾਹਣਦਾ ਵਿਕੂ। ਕੋਲ 10 ਸਾਲ ਦਾ ਵੀਜ਼ਾ, ਅਸੀਂ ਪ੍ਰਸ਼ਾਸਨ ਨੂੰ ਇਹੀ ਵਾਰੀ ਕਹਿੰਦੇ ਵੀ ਇੱਕ ਵਾਰ ਸਾਨੂੰ FIR ਲਾਂਚ ਕਰੋ, ਜਿਹੜੇ ਬਣਦੀਆਂ ਧਾਰਾ ਲਾ ਕੇ, ਤਾਂ ਕਿ ਅਸੀਂ ਉਹਨੂੰ ਅਮਰੀਕਾ ਜਾਣ ਤੋਂ ਰੁਕ ਸਕੇ, ਜੇ ਅਮਰੀਕਾ ਨਾ ਕਿ ਸਾਨੂੰ ਫੜਨੀ ਔਖੀ ਹੋਈ। ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਉਹ ਸੁਸਾਈਡ ਕਰ ਗਿਆ। ਅਸੀਂ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਹਾਂ। ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ, ਬਹੁਤ ਸਾਰੇ ਮੀਡੀਆ ਅਦਾਰਿਆਂ ਰਾਹੀਂ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਬਾਤਾਂ ਸੁਣੀਆਂ। ਲਵਪ੍ਰੀਤ ਸਿੰਘ ਦੀ ਧਰਮ ਪਤਨੀ ਬੇਅੰਤ ਕੌਰ ਬਾਜਵਾ ਜਿਹੜੀ ਹੈ, ਉਹਦੇ ਤੇ ਇਲਜ਼ਾਮ ਨੇ ਕਿ ਉਹਦੀ ਵਜ੍ਹਾ ਕਰਕੇ ਲਵਪ੍ਰੀਤ ਨੇ ਜਿਹੜਾ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ, ਉਹਨੇ ਖੁਦਕੁਸ਼ੀ ਕੀਤੀ ਹੈ। ਤਾਂ ਪਰਿਵਾਰ ਸਾਡੇ ਨਾਲ ਮੌਜੂਦ ਹੈ। ਆਖਰ ਕੀ ਕਾਰਨ ਬਣੇ, ਕੈਨੇਡਾ ਪਹੁੰਚੀ ਬੇਅੰਤ ਕੌਰ ਬਾਜਵਾ ਜਿਹੜੀ ਹੈ, ਉਹ ਆਪਣੇ ਹੀ ਧਰਮ ਪਤੀ ਜਿਹੜਾ ਕਿ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਦਾ ਕਾਰਨ ਬਣ ਗਈ। ਤੇ ਹੁਣ ਬੇਅੰਤ ਕੌਰ ਬਾਜਵਾ ਨੇ ਜਿਹੜਾ ਕਿ ਉਲਟਾ ਲਵਪ੍ਰੀਤ ਦੇ ਉੱਤੇ ਬਹੁਤ ਘਿਨਾਉਣੇ ਤੇ ਵੱਡੇ ਜਿਹੜੇ ਇਲਜ਼ਾਮ ਆ ਉਹ ਲਾ ਦਿੱਤੇ ਆ। ਉਹਦੇ ਚਾਚਾ ਜੀ ਮੌਜੂਦ ਨੇ, ਉਹਦੇ ਭਾਈ ਮੌਜੂਦ ਨੇ, ਉਹਦੇ ਭੂਆ ਜੀ, ਉਹਦੇ ਪਿਤਾ ਜੀ ਸਾਰੇ ਮੌਜੂਦ ਨੇ। ਅਸੀਂ ਗੱਲਬਾਤ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਸ਼ੁਰੂ ਹੋਣਾ ਚਾਹੁੰਦਾ ਵੀ ਹੁਣ ਦੀ ਸਿਚੁਏਸ਼ਨ ਜਿਹੜੀ ਹੈ ਉਹ ਕੀ ਹੈ। 15-18 ਦਿਨ ਲਗਭਗ ਹੋ ਚੁੱਕੇ ਹੈ ਲਵਪ੍ਰੀਤ ਦੀ ਮੌਤ ਨੂੰ। ਹੁਣ ਦੀ ਸਿਚੁਏਸ਼ਨ ਕੀ ਹੈ? ਇੱਥੇ ਕਾਨੂੰਨ, ਭਾਰਤੀ ਕਾਨੂੰਨ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ, ਕੈਨੇਡਾ ਦਾ ਕਾਨੂੰਨ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਤੁਹਾਡੇ ਨਾਲ ਬਹੁਤ ਲੋਕਾਂ ਦੀ ਹਮਦਰਦੀ ਹੈ, ਕਿਉਂਕਿ ਕੈਨੇਡਾ ਜਾਣ ਦੇ ਚਾਹਵਾਨ ਹੋ ਸਕਦਾ ਮੈਂ ਵੀ ਹੋਵਾਂ, ਮੇਰੀ ਭੈਣ ਵੀ ਹੋਵੇ, ਮੇਰਾ ਬੱਚਾ ਵੀ ਹੋਵੇ, ਮੇਰਾ ਬਾਪ ਵੀ ਹੋਵੇ। ਤਾਂ ਇਹ ਚਾਹ ਰੱਖਣੀ ਕੋਈ ਮਾੜੀ ਨਹੀਂ ਗੀ, ਪਰ ਜੇ ਕਿਸੇ ਤਰੀਕੇ ਨਾਲ ਮੇਰਾ ਕੋਈ ਪਰਿਵਾਰ ਦਾ ਮੈਂਬਰ ਕੈਨੇਡਾ ਚਲਾ ਗਿਆ, ਜੇ ਕੋਈ ਉੱਥੇ ਜਾ ਕੇ ਇਸ ਤਰ੍ਹਾਂ ਦੀ ਗੱਲਬਾਤ ਕਰਦਾ ਜਿਸ ਤਰ੍ਹਾਂ ਬੇਅੰਤ ਬਾਜਵਾ ਦੇ ਤੁਸੀਂ ਇਲਜ਼ਾਮ ਲਾ ਰਹੇ ਹੋ, ਉਹ ਬਹੁਤ ਹੀ ਜਿਹੜੀ ਆ ਉਹ ਨਿੰਦਣਯੋਗ ਤੇ ਬਹੁਤ ਜ਼ਿਆਦਾ ਮਾੜੀ ਗੱਲ ਆ। ਹੁਣ ਦੀ ਸਿਚੁਏਸ਼ਨ ਕੀ ਹੈ? ਪੁਲਿਸ ਪ੍ਰਸ਼ਾਸਨ ਤੁਹਾਡੇ ਇਸ ਕੇਸ ਦੇ ਵਿੱਚ ਕੀ ਕਰ ਰਿਹਾ? ਲਵਪ੍ਰੀਤ ਦਾ ਸਹੁਰਾ ਪਰਿਵਾਰ ਕੀ ਕਰ ਰਿਹਾ ਔਰ ਤੁਸੀਂ ਕੀ ਕਰ ਰਹੇ? ਪੁਲਿਸ ਪ੍ਰਸ਼ਾਸਨ ਦਾ ਵੀਰੇ ਅਸੀਂ ਸਾਰਾ ਕੁਛ ਇਹਨਾਂ ਨੂੰ ਦੇ ਆਏ। ਇੱਕ YouTube ਤੇ ਮੈਨੂੰ ਅੱਜ ਹੀ ਫੋਨ ਆਇਆ, ਕਹਿੰਦੇ ਪੁਲਿਸ ਮੁਲਾਜ਼ਮ ਕਹਿ ਰਿਹਾ ਹੈਗਾ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਹਜੇ। ਤੇ ਮਤਲਬ ਕਿ ਜਦ ਕਿ ਅਸੀਂ ਸੰਦੀਪ ਗੋਲ ਜੀ SSP ਸਾਹਿਬ, ਉਹਨਾਂ ਨਾਲ ਵੀ ਅਸੀਂ ਕੰਟੈਕਟ ਕਰਿਆ ਪਹਿਲਾਂ, ਉਹਨਾਂ ਨੇ ਫਿਰ SP ਚੀਮਾ ਸਾਹਿਬ ਨੇ ਉਹਨਾਂ ਨੂੰ ਮਾਰਕ ਕਰਤਾ। ਤੇ ਉਹ ਕਹਿੰਦੇ ਵੀ ਸਾਨੂੰ ਸਾਰੀ ਜੋ ਤੁਹਾਡੇ ਕੋਲ ਡਾਕੂਮੈਂਟ ਨੇ ਦੇ ਕੇ ਜਾਓ, ਜਿੰਨੇ ਸਾਡੇ ਬਿਆਨ ਤੇ ਅਸੀਂ ਉਹ ਦਰਜ ਕਰਾਤੇ, ਜਿਹੜੇ ਸਾਡੇ ਚੈਟ ਸੀ ਜਾਂ ਕੁਛ ਵੀ ਪ੍ਰੂਫ ਸੀ ਉਹਦੇ ਕੋਰਟ ਮੈਰਿਜ ਦੇ, ਜਾਂ ਉਹ ਸਾਰੇ ਅਸੀਂ ਉੱਥੇ ਲਾਏ ਪਰਸੋਂ। ਤੇ ਉਹਨਾਂ ਨੇ ਅੱਜ ਉਹਨਾਂ ਨੇ ਉਹ ਕਰਨਾ ਸੀਗਾ ਵੀ ਉਹਨਾਂ ਦੀ ਫੈਮਿਲੀ ਨੇ ਕੱਲ੍ਹ ਆਉਣਾ ਸੀਗਾ। ਤੇ ਕੱਲ੍ਹ ਉਹਨਾਂ ਦੀ ਫੈਮਿਲੀ ਤੇ ਪੁਲਿਸ ਮੁਲਾਜ਼ਮਾਂ ਨੂੰ ਕੋਈ ਕੱਲ੍ਹ ਉੱਥੇ ਚੋਰੀ ਚਾਰੀ ਜਾਂ ਕੁਛ ਹੋ ਗਿਆ, ਉਹਦੇ ਕਰਕੇ ਡਿੱਕਾ ਲੱਗ ਗਿਆ। ਬਾਈ ਦੀ ਗੱਲ ਹੋਈ ਸੀ, ਉਹ ਕਹਿੰਦੇ ਵੀ ਅਸੀਂ ਅੱਜ ਬੁਲਾਵਾਂਗੇ ਉਹਨਾਂ ਨੂੰ, ਅੱਜ ਉਹ ਆਉਣਗੇ, ਦੇਖੋ ਕੀ ਪੱਖ ਰੱਖਦੇ ਆਪਦਾ। ਤਾਂ ਪੁਲਿਸ ਇਹ ਕਰ ਰਹੀ ਹੈ ਜੀ। ਤਾਂ ਇੱਕ ਹੈ ਜੀ ਗੱਲ,
ਜਿਸ ਤਰ੍ਹਾਂ ਆਮ ਘਰਾਂ ਦੇ ਵਿੱਚ ਚਲੋ ਰੱਬ ਨਾ ਕਰੇ ਵੀ ਜੇ ਇਸ ਤਰ੍ਹਾਂ ਮੌਤ ਹੁੰਦੀ ਲਵਪ੍ਰੀਤ ਦੀ, ਜੇ ਕਿਸੇ ਹੋਰ ਤਰੀਕੇ ਨਾਲ ਵੀ ਹੁੰਦੀ ਤਾਂ ਉਹਦੀ ਧਰਮ ਪਤਨੀ ਇੱਥੇ ਹੁੰਦੀ, ਤਾਂ ਸਹੁਰਾ ਪਰਿਵਾਰ ਦਾ ਵੀ ਜਿਹੜਾ ਜਵਾਈ ਹੈ ਉਹਨਾਂ ਨੇ ਵੀ ਧੀ ਤੁਸੀਂ ਜਿਹੜੀ ਹੈ ਝੋਲੀ ਪਾ ਕੇ ਲਿਆਂਦੀ ਸੀ, ਔਰ ਉਹਨਾਂ ਨੇ ਜਿਹੜਾ ਲਵਪ੍ਰੀਤ ਨੂੰ ਆਪਦਾ ਪੁੱਤ ਬਣਾਇਆ ਸੀ, ਤਾਂ ਉਹਨਾਂ ਦਾ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਵੱਈਆ ਹੈਗਾ? ਕਿਉਂਕਿ ਉਹਨਾਂ ਦਾ ਪੁੱਤ ਵੀ ਗਿਆ, ਜੇ ਆਪਾਂ ਇਹ ਮੰਨੀਏ ਜਿੱਦਾਂ ਤੁਹਾਡੀ ਨੌਂ ਜਿਹੜੀ ਤੁਹਾਡੀ ਧੀ ਦੇ ਬਰਾਬਰ ਆ, ਤਾਂ ਉਹਨਾਂ ਦਾ ਕੀ ਰਵੱਈਆ ਹੈਗਾ ਇਸ ਵਕਤ? ਉਹਨਾਂ ਦਾ ਰਵੱਈਆ ਦੇਖੋ ਜੀ, ਉਹ ਭੋਗ ਤੇ ਵੀ ਆਏ ਆ, ਦਾਹ ਸੰਸਕਾਰ ਤੇ ਵੀ ਆ, ਉਹ ਸਾਰੇ ਆਏ ਆਗੇ, ਕਫਨ ਵੀ ਪਾ ਕੇ ਗਿਆ। ਤੇ ਮੈਨੂੰ ਬਲਕਿ ਜਿਹੜਾ ਇਹਦੀ ਡੈਥ ਹੋਈ ਹੈ ਉਹਦਾ ਸਾਨੂੰ ਕੋਈ ਪਹਿਲਾਂ ਸਾਡੇ ਕੋਲੇ ਕੋਈ ਪ੍ਰੂਫ ਨਹੀਂ ਸੀ। ਸਾਨੂੰ ਇਹ ਸੀਗਾ ਵੀ ਇਹਦੇ ਜ਼ਿਆਦਾ ਕੁਛ ਵੀ ਮਤਲਬ ਕਿ ਜਦੋਂ ਤੱਕ ਅਸੀਂ ਦਾਹ ਕਰਤਾ ਸਾਨੂੰ ਕੋਈ ਇਹਦਾ ਐਡਾ ਹੈ ਨਹੀਂ ਸੀ ਵੀ ਇਹ ਕਾਰਨ ਹੈ। ਅਸੀਂ ਸੋਚ ਸਾਨੂੰ ਸਾਰੇ ਫੋਨ ਕਰ ਰਹੇ ਸੀ, ਬਰਨਾਲੇ ਤੋਂ ਪੱਤਰਕਾਰ ਨੇ, ਮੈਂ ਕਿਹਾ ਸਾਨੂੰ ਪਹਿਲਾਂ ਕੋਈ ਗੱਲ ਪਤਾ ਲੱਗੇ ਅਸੀਂ ਉਸਨੂੰ ਫੇਰ ਦੱਸਾਂਗੇ ਨਾ ਵੀ ਗੱਲ ਕੀ ਹੈ, ਸਾਨੂੰ ਤਾਂ ਖੁਦ ਨੂੰ ਨਹੀਂ ਪਤਾ। ਉਦੋਂ ਅਗਲੇ ਦਿਨ ਦਾਹ ਫੁੱਲਾਂ ਤੋਂ ਅਸੀਂ ਉਹਦੇ ਫੋਨ ਖੋਲ੍ਹੇ, ਜਦੋਂ ਫੋਨ ਖੋਲਦੇ ਬਾਈ ਦਾ ਫੋਨ ਵਗ ਗਿਆ, ਕਹਿੰਦਾ ਵੀ ਇੱਧਰ ਆਈ ਮਾੜਾ ਜਿਹਾ ਕੰਮ ਤਾਂ ਆਏਗਾ। ਜੋ ਚੈਟਾਂ ਪੜ੍ਹੀ ਗਏ ਵੀ ਉਹ ਤਾਂ ਕੰਮ ਯਾਰ, ਮਤਲਬ ਕਿ 23 ਤਰੀਕ ਨੂੰ 22 ਦੀ ਰਾਤ 23 ਨੂੰ ਉਹਦੀ ਡੈਥ ਹੁੰਦੀ ਹੈ, ਤੇ 23 ਦੀ ਰਾਤ ਨੂੰ 22 ਦੀ ਰਾਤ 23 ਦੀ ਮਾਰਨਿੰਗ 2:02 ਦੇ ਵੀਰੇ ਉਹ ਫੋਨ ਲਾਉਣ ਲੱਗ ਜਾਂਦਾ। ਸ਼ਾਮ ਦੇ 4:45 ਵਜੇ ਤੱਕ ਉਹਨੂੰ 8 ਤੋਂ 9 ਕਾਲਾਂ ਕਰਦਾ, ਉਹ 'ਚੋਂ ਕਾਲਾਂ ਰਿਜੈਕਟ ਵੀ ਨੇ, ਅਨਰਿਸੀਵ ਵੀ ਨੇ, ਸਾਰਿਆਂ ਸਾਡੇ ਕੋਲ ਸਕਰੀਨ ਸ਼ਾਟ ਪਏ ਨੇ। ਫਿਰ ਉਹਨੇ ਫੋਨ ਲਾਇਆ ਉਹਦੇ ਫੁੱਫੜ ਜੀ ਨੂੰ, ਜਿਹੜੇ ਵਿਚੋਲਾ ਨੂੰ, ਸਾਡੀ ਜੀਜਾ ਜੀ ਨੂੰ, ਤੇ ਉਦੋਂ ਬਾਅਦ ਉਹਨੇ ਲਾਇਆ ਵਿੱਕੀ ਨੂੰ, ਫਿਰ ਲਾਇਆ ਉਹਨੇ ਸਨੀ ਨੂੰ ਵੀ ਯਾਰ ਮੇਰੇ ਫੋਨ ਨਹੀਂ ਪਿਕ ਕਰ ਰਹੀ। ਉਹਨਾਂ ਸਾਰਿਆਂ ਨੇ ਫੋਨ ਲਾਇਆ ਬੇਅੰਤ ਬਾਜਵਾ ਨੂੰ, ਉਹਨੇ ਕਿਸੇ ਦਾ ਫੋਨ ਨਹੀਂ ਚੱਕਿਆ। ਹਾਂਜੀ, ਕਿਸੇ ਦਾ ਫੋਨ ਨਹੀਂ ਚੱਕਿਆ। ਤਾਂ ਇਹ ਸਾਰੀਆਂ ਤੁਹਾਡੇ ਕੋਲੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਜ਼ੁਬਾਨੀ ਕੁਝ ਕਹਿ ਨਹੀਂ ਸਕਦੇ, ਫੋਨ ਤੇ ਗੱਲਬਾਤ ਹੋਈ ਹੈ, ਇੰਨੀ ਦੂਰ ਬੈਠੀ ਹੈ, ਸਾਰੇ ਸਕਰੀਨ ਸ਼ਾਟ ਵਗੈਰਾ ਤੁਹਾਡੇ ਕੋਲ ਸਬੂਤ ਹੈਗੇ ਇਹਨਾਂ ਗੱਲਾਂ? ਸਾਰੀ ਉਹਦੀ ਚੈਟ ਦਾ ਅਸੀਂ ਬੈਕਅਪ ਬਣਾਈ ਬੈਠੇ ਹਾਂ, ਉਹੀ ਅਸੀਂ ਕੋਰਟ 'ਚ ਦੇਣਾਗਾ। ਮਤਲਬ ਕਿ ਦੇਖੋ ਇੰਟਰਨੈਟ ਦਾ ਜ਼ਮਾਨਾ ਵੀਰ, ਹੁਣ ਐਂ ਤਾਂ ਹੈ ਨਹੀਂ ਗੱਲ ਵੀ ਤੁਸੀਂ ਮੂੰਹ ਨਾਲ ਕਿਸੇ ਤੇ ਇਲਜ਼ਾਮ ਲਾ ਦੋਗੇ, ਸਾਰਾ ਕੁਝ ਪਿਆ ਹੈਗਾ, ਤੁਹਾਨੂੰ ਸ਼ੇਅਰ ਕਰ ਦਾਂਗੇ, ਤੁਸੀਂ ਪੜ੍ਹ ਲਿਓ। ਤਾਂ ਅੱਜ ਦੀ ਕੀ ਗੱਲ ਆ ਜੀ, ਕੈਨੇਡਾ ਦੇ ਇੱਕ ਨਿੱਜੀ ਚੈਨਲ ਦੇ ਉੱਤੇ ਜਿਹੜਾ ਕਿ ਲਵਪ੍ਰੀਤ ਦੇ ਸਹੁਰਾ ਪਰਿਵਾਰ ਦੀ ਇੰਟਰਵਿਊ ਹੋਈ ਹੈ, ਉਹਦੇ 'ਚ ਉਹਨਾਂ ਦੇ ਜਿਹੜੇ ਆ ਬੇਅੰਤ ਕੌਰ ਬਾਜਵਾ ਦੇ ਪਿਤਾ ਔਰ ਬੇਅੰਤ ਕੌਰ ਦੀ ਖੁਦ ਦੀ ਵੀ ਇੱਕ ਇੰਟਰਵਿਊ ਆ, ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਇਲਜ਼ਾਮ ਜਿਹੜੇ ਆ ਉਹ ਪਹਿਲੀ ਵਾਰ ਇੰਨੇ ਦਿਨਾਂ ਬਾਅਦ ਉਹ ਮੀਡੀਆ ਸਾਹਮਣੇ ਆਏ ਆ, ਉਹਨਾਂ ਨੇ ਉਲਟਾ ਲਵਪ੍ਰੀਤ ਤੇ ਲਾਇਆ। ਸਭ ਤੋਂ ਪਹਿਲਾਂ ਬਿਆਨ ਇਹ ਆ ਵੀ ਉਹਦੇ ਪਿਤਾ ਜੀ ਕਹਿੰਦੇ ਵੀ ਉਹਦੀ ਮੌਤ ਜਿਹੜੀ ਆ ਉਹ ਹਾਰਟ ਅਟੈਕ ਨਾਲ ਹੋਈ ਸੀ, ਉਹਦੇ ਨੱਕ ਦੇ ਵਿੱਚ ਖੂਨ ਆ ਰਿਹਾ ਸੀ। ਇਹਦੇ ਵਿੱਚ ਕਿੰਨਾ ਕੁ ਸੱਚ ਹੈ? ਕੀ ਉਹਦੀ ਪੋਸਟਮਾਰਟਮ ਰਿਪੋਰਟ ਕੀ ਦੱਸਦੀ? ਪੋਸਟਮਾਰਟਮ ਦੀ ਕੋਈ ਰਿਪੋਰਟ ਨਹੀਂ ਆਈ ਵੀਰੇ। ਉਹਦੇ ਡੈਡੀ ਤੇ ਸਭ ਤੋਂ ਪਹਿਲਾਂ ਮੈਂ ਹੀ ਉਹ ਚੱਕਿਆ ਹੈਗਾ, ਉਹਦੀ ਆਹ ਜਗ੍ਹਾ ਸਾਰੀ ਨੀਲੀ ਹੋਈ ਸੀ, ਖੂਨ ਉਹਦੇ ਨੱਕ 'ਚੋਂ ਆਇਆ ਹੋਇਆ ਸੀ, ਉਲਟੀ ਵੀ ਉਹਨੂੰ ਆਈ ਹੋਈ ਸੀ। ਇਹ ਤੋਂ ਅਸੀਂ ਜਮਾ ਨਹੀਂ ਮੁੱਕਰਦੇ, ਪਰ ਜਿਹਨੇ ਸਾਨੂੰ ਫੋਨ ਕਰਿਆ ਉਹ ਉਹਦੇ ਕੋਲੇ ਵੀ ਨਹੀਂ ਗਿਆ ਬੰਦਾ, ਉਹਨੂੰ ਦੇਖ ਲਿਆ ਸੀ ਵੀ ਉਹ ਕਹਿੰਦਾ ਤੁਸੀਂ ਆ ਜਾਓ। ਅਸੀਂ ਜਦ ਆ ਗਏ, ਮੈਂ ਹੱਥ ਨਹੀਂ ਲਾਇਆ ਲਾਡੀ ਨੂੰ, ਜਿਹੜੇ ਡੈਡੀ ਨੇ ਜਦੋਂ ਹੱਥ ਲਾਇਆ ਲਾਡੀ ਡਿੱਗ ਪਿਆ। ਮੈਂ ਦੇਖ ਲਿਆ, ਫਿਰ ਦੂਜੇ ਮੁੰਡੇ ਆ ਗਏ, ਚੱਕੋ ਵੀ ਲੈ ਹਸਪਤਾਲ ਲੈ ਕੇ ਚੱਲੋ, ਹੈ ਨਾ। ਇਹ ਹਸਪਤਾਲ ਲੈ ਕੇ ਮੈਂ ਮਗਰੋਂ ਗਿਆ ਜੀ। ਫਿਰ ਉਹਨਾਂ ਨੇ ਜਦੋਂ ਮੈਂ ਗਿਆ ਡੈਡ ਕਲੀਅਰ ਕਰਤਾ ਸੀਗਾ। ਹਾਂਜੀ, ਤਾਂ ਪੋਸਟਮਾਰਟਮ ਹੋਇਆ ਸੀ ਹੁੰਦਾ? ਹਾਂਜੀ, ਪੋਸਟਮਾਰਟਮ ਹੋਇਆਗਾ, ਉਹਦੀ ਰਿਪੋਰਟ ਆਊਗੀ। ਰਿਪੋਰਟ ਨਹੀਂ ਆਈ। ਇੰਡੀਆ ਦਾ ਸਿਸਟਮ ਬਹੁਤ ਢਿੱਲਾ ਜੀ, ਇਹ ਨਹੀਂ ਪਤਾ ਵੀ 2 ਮਹੀਨੇ ਵੀ ਨਾ ਹੋਈ ਉਹਦੀ ਤਾਂ ਰਿਪੋਰਟ। ਬਾਕੀ ਬੇਅੰਤ ਕੋਲੇ 10 ਸਾਲ ਦਾ ਭੇਜਿਆ, ਅਸੀਂ ਪ੍ਰਸ਼ਾਸਨ ਨੂੰ ਇਹੀ ਵਾਰੀ ਕਹਿੰਦੇ ਵੀ ਇੱਕ ਵਾਰ ਸਾਨੂੰ FIR ਲਾਂਚ ਕਰੋ, ਜਿਹੜੇ ਬਣਦੀਆਂ ਧਾਰਾ ਲਾ ਕੇ, ਤਾਂ ਕਿ ਅਸੀਂ ਉਹਨੂੰ ਅਮਰੀਕਾ ਜਾਣ ਤੋਂ ਰੋਕ ਸਕੀਏ। ਜੇ ਅਮਰੀਕਾ ਨਾ ਕਿ ਸਾਨੂੰ ਫੜਨੀ ਔਖੀ ਹੋ ਜਾਊ। ਕੈਨੇਡਾ ਜਦ ਹੱਲ ਹੈਗਾ ਉਹਦਾ ਗਾਹਾਂ ਔਖਾ ਹੋ ਜਾਊ। ਉਹਦੇ ਬਹੁਤ ਵੱਡੇ ਜੰਗਲ ਨੇ, ਮੇਰੀ ਭੈਣ ਅਮਰੀਕਾ ਉਹ ਦੱਸਦੀ, ਕਹਿੰਦੀ ਬਾਈ ਜੇ ਕੇਰਾ ਉਰੇ ਬੰਦਾ ਆ ਗਿਆ ਮੁੜ ਕੇ ਸਾਨੂੰ ਲੱਭਣਾ ਔਖਾ ਹੋ ਜਾਊਗਾ। ਹਾਂ, ਤਾਂ ਕਹਾਣੀ ਜਿਹੜੀ ਹੈ ਆਮ ਪਰਿਵਾਰ ਦੀ ਹੈ, ਬੜੇ ਚਾਵਾਂ ਦੇ ਨਾਲ, ਬੜੀਆਂ ਰੀਝਾਂ ਦੇ ਨਾਲ ਪੁੱਤ ਦਾ ਵਿਆਹ ਕੀਤਾ ਸੀ ਵੀ ਚਲੋ ਪੁੱਤ ਜਿਹੜਾ ਉਹ ਵੀ ਕੋਈ 2-3 ਸਾਲਾਂ ਨੂੰ ਜਿਹੜਾ 9 ਦੇ ਨਾਲ ਹੀ ਕੈਨੇਡਾ ਜਾਊਗਾ, ਜ਼ਿੰਦਗੀ ਜਿਹੜੀ ਸੁਖਾਲੀ ਹੋਊਗੀ। ਪਰ ਇਹ ਕਿਸੇ ਨੇ ਨਹੀਂ ਸੋਚਿਆ ਹੋਣਾ ਵੀ ਜ਼ਿੰਦਗੀ ਇਸ ਮੋੜ ਤੇ ਪਹੁੰਚ ਜੂਗੀ ਵੀ ਉਲਟਾ ਅਸੀਂ ਕੈਨੇਡਾ ਦੇ ਜਿਹੜੀਆਂ ਖੁਸ਼ੀਆਂ ਮਾਣਦੇ ਜਿਹੜਾ ਆਪਦਾ ਪੁੱਤ ਆ ਉਹ ਵੀ ਗਵਾ ਲਾਂਗੇ। ਤਾਂ ਹੁਣ ਉਹਦਾ ਪਰਿਵਾਰ ਕਹਿੰਦਾ ਵੀ ਇਹ ਪੈਸੇ ਦੀ ਮੰਗ ਕਰਦਾ ਸੀ, ਕਿਉਂਕਿ ਪੁਰਾਣੀਆਂ ਗੱਲਾਂ ਸਾਰੇ ਮੀਡੀਆ ਨੇ ਕਰ ਲਈਆਂ ਨੇ, ਤੁਸੀਂ ਵੀ ਕਰ ਲਈਆਂ ਹੈਗੀਆਂ ਚੈਨਲਾਂ ਦੇ ਨਾਲ। ਤਾਂ ਜਿਹੜੇ ਇਲਜ਼ਾਮ ਆ, ਉਸ ਤੋਂ ਬਾਅਦ ਅਗਲਾ ਇਲਜ਼ਾਮ ਇਹ ਲਾਉਂਦਾ ਜੀ ਜਿਹੜਾ ਲਵਪ੍ਰੀਤ ਆ ਇਹ ਬੇਅੰਤ ਕੌਰ ਤੋਂ ਪੈਸੇ ਮੰਗਦਾ ਸੀ ਤੇ ਇਹ ਨਸ਼ਾ ਕਰਦਾ ਸੀ, ਚਿੱਟੇ ਦਾ ਨਸ਼ਾ। ਉਹਨਾਂ ਨੇ ਕਿਹਾ ਕਿ ਲਵਪ੍ਰੀਤ ਕਿਸੇ ਨਸ਼ੇਦਾਰ ਦੀ ਸੀ? ਨਹੀਂ ਜੀ, ਲਾਡੀ ਕੋਈ ਨਸ਼ਾ ਨਹੀਂ ਕਰਦਾ, ਦਾਰੂ ਜੱਟਾਂ ਦੇ ਮੁੰਡੇ ਸਾਰੇ ਪੀਂਦੇ ਆ। ਲਾਡੀ ਨੇ ਮੈਥੋਂ ਵੀ ਕਈ ਵਾਰੀ ਪੀਤੀ ਹੈ। ਵਿਆਹ 'ਚ ਜਾਂਦਾ ਸੀ, ਇੱਕ ਮੈਂ ਦੋਸਤ ਆ ਉਹਦੇ ਵਿਆਹ ਦੀ ਵੀਡੀਓ 'ਚ ਮੈਂ ਮੰਗਾਉਣੀ ਸੀ, ਉਹ ਰਹਿ ਗਈ। ਤੁਹਾਨੂੰ ਸਟੇਜ 'ਤੇ ਨੱਚਦਾ ਦਿਖਾਉਂਦਾ, ਦਾਰੂ ਪੀਤੀ ਹੋਈ ਆ, ਉਹ ਕੂਕਾਂ ਮਾਰਦਾ। ਇਹ ਜਿਹੜਾ ਨਸ਼ੇ ਵਾਲਾ ਕੰਮ ਹੈ, ਇਹ ਮੈਂ ਤੁਹਾਨੂੰ ਇੱਕ ਹਫ਼ਤਾ ਜੀ ਪਹਿਲਾਂ ਨਾ ਫੋਨ ਆਇਆ ਸੀ ਅਮਰੀਕਾ ਤੋਂ। ਮੈਨੂੰ ਬਹੁਤ ਫੋਨ ਆਉਂਦੇ ਆ ਕੈਨੇਡਾ ਅਮਰੀਕਾ ਤੋਂ। ਕੈਨੇਡਾ ਤੋਂ ਮੁੰਡੇ ਦਾ ਫੋਨ ਆਇਆ, ਮੈਨੂੰ ਕਹਿੰਦਾ ਵੀਰ, ਕਹਿੰਦਾ ਵੀ ਇਹ ਕੁੜੀ ਨੇ ਕਿਸੇ ਕੋਲੇ ਕਿਹਾ ਵੀ ਮੈਂ 5-7 ਲੱਖ ਰੁਪਏ ਦਾ ਜੁਗਾੜ ਕਰ ਰਹੀ ਹਾਂ, ਵੀ ਅਸੀਂ ਇਹਦੀ ਪੋਸਟਮਾਸਟਰ ਦੀ ਰਿਪੋਰਟ ਹੀ ਚੇਂਜ ਕਰਾਉਣੀ ਹੈ, ਵੀ ਇਹਨੂੰ ਅਸੀਂ ਜਾਂ ਤਾਂ ਸੱਪ ਲੜਾ ਦਿਖਾ ਦਾਂਗੇ ਜਾਂ ਉੱਦਾਂ ਕੁਝ ਦਿਖਾ ਦਾਂਗੇ, ਵੀ ਇਹ ਸਾਡੇ 'ਤੇ ਕੇਸ ਨਹੀਂ ਕਰ ਸਕਣਗੇ। ਮੈਂ ਉਹਨੂੰ ਇਗਨੋਰ ਮਾਰ ਗਿਆ, ਮੈਂ ਕਿਹਾ ਯਾਰ ਐਵੇਂ ਮਾਰਦੀ ਜਬਲੀ ਐ ਕਿੱਦਾਂ ਹੋ ਜਾਂਦਾ, ਹੈ ਨਾ। ਤੇ ਹੁਣ ਇਹ 15-16 ਦਿਨਾਂ ਬਾਅਦ ਜਦੋਂ ਕੱਲ੍ਹ ਇਹ ਆ ਕੇ ਚੈਨਲ 'ਤੇ ਸਾਰਾ ਟੱਬਰ ਚਿੱਟਾ ਬੋਲ ਰਿਹਾ, ਸਾਨੂੰ ਹੁਣ ਸ਼ੱਕ ਹੁੰਦੀ ਆ ਵੀ ਇਹਨਾਂ ਨੇ ਪੋਸਟਮਾਰਟਮ ਦੀ ਰਿਪੋਰਟ 'ਚ ਕੋਈ ਘਪਲਾ ਕਰਾਤਾ, ਕਿਉਂਕਿ ਬੜੇ ਉਹਦਾ ਇੱਕ ਚੌੜੀਆਂ ਕਰਕੇ ਬੋਲਦਾ ਤਾਂ ਪਿਓ। ਚਿੱਟੇ ਨਾਲ ਮਰਿਆ ਜੀ,
ਭਰਾਵਾ ਮਰਿਆ ਤਾਂ ਇੱਥੋਂ 18 ਕਿਲੋਮੀਟਰ ਦੂਰ ਹੈ, ਚੱਕਿਆ ਸੀ। ਤੁਸੀਂ ਕਿਵੇਂ ਕਹਿੰਦੇ ਹੋ ਚਿੱਟੇ ਨਾਲ ਮਰਿਆ? ਇਹ ਕਹੇ ਜੀ ਦੰਦ ਕਾਲੇ ਹੋ ਗਏ ਉਹਦੇ। ਹੱਦ ਹੋਈ ਪਈ ਯਾਰ, ਖਬਰੋਂ ਰਾਤ ਦਾ ਹੀ ਮਰਿਆ ਪਿਆ ਹੋਵੇ, ਸਾਨੂੰ ਕੀ ਪਤਾ ਹੈਗਾ। ਤਾਂ ਇਹ ਬਹੁਤ ਸਾਰੇ ਜਿਹੜੇ ਇਲਜ਼ਾਮ ਸਹੁਰਾ ਪਰਿਵਾਰ ਲਵਪ੍ਰੀਤ ਦਾ ਲਾ ਰਿਹਾ, ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਜਵਾਬ ਆ ਉਹ ਉਹਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆ। ਤਾਂ ਪੋਸਟਮਾਰਟਮ ਰਿਪੋਰਟ ਜਿਹੜੀ ਆ ਐਡਾ ਵੱਡਾ ਜਿਹੜਾ ਸੈਂਸਿਟਿਵ ਕੇਸ ਬਣਦਾ ਜਾ ਰਿਹਾ, ਜਿਹਦੇ ਵਿੱਚ ਕਿੰਨੇ ਮੁਲਕਾਂ ਦੇ ਵਿੱਚ ਰੌਲਾ ਪੈ ਗਿਆ, ਕੈਨੇਡਾ ਦੇ ਮੀਡੀਆ ਦੇ ਵਿੱਚ, ਕੈਨੇਡਾ ਦੀਆਂ ਗਲੀਆਂ ਦੇ ਵਿੱਚ, ਕਿਉਂਕਿ ਪੰਜਾਬ ਦੀ ਲਗਭਗ ਜਿਹੜੀ ਹੈ ਬਹੁਤੀ ਆਬਾਦੀ ਜਿਹੜੀ ਹੈ ਇਸ ਵਕਤ ਕੈਨੇਡਾ ਜਾਣ ਨੂੰ ਕਾਹਲੀ ਹੈ। ਔਰ ਜੇ ਜਵਾਨੀ ਦੀ ਗੱਲ ਕਰੀਏ 70-80% ਜਿਹੜੀ ਜਵਾਨੀ ਆ 12ਵੀਂ ਤੋਂ ਬਾਅਦ ਉਹ ਕੈਨੇਡਾ ਉੱਡਣ ਨੂੰ ਫਿਰਦੀ ਹੈ, ਚਾਹੇ ਉਹ ਸਿੱਧੇ ਤੌਰ ਤੇ ਜਾਵੇ ਜਾਂ ਇਸ ਤਰ੍ਹਾਂ ਜਾਵੇ। ਤਾਂ ਮਾਫ ਕਰਨਾ, ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ, ਤਾਂ ਕੀ ਲਵਪ੍ਰੀਤ ਖੁਦ ਪੜ੍ਹ ਕੇ ਕੈਨੇਡਾ ਨਹੀਂ ਸੀ ਜਾ ਸਕਦਾ? ਤੁਸੀਂ ਇਸ ਤਰ੍ਹਾਂ, ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ, ਸੌਦੇ ਵੀ ਹੋ ਰਹੇ ਕਈ ਥਾਈਂ ਨਾ, ਅਗਲਾ ਕਹਿੰਦਾ ਵੀ ਕੁੜੀ ਤੁਹਾਡੀ ਪੜ੍ਹੀ ਹੈ ਜੀ, ਚਲੋ ਕਿੰਨੇ ਪੈਸੇ ਲੱਗਣਗੇ ਉਹ ਅਸੀਂ ਲਾ ਦਾਂਗੇ, ਸਾਡੇ ਮੁੰਡੇ ਨੂੰ ਲੈ ਜੇ, ਜਾਂ ਕਹਿੰਦੇ ਵੀ ਮੁੰਡਾ ਤੁਹਾਡਾ ਪੜ੍ਹਿਆ ਕੁੜੀ ਸਾਡੇ ਨੂੰ ਲੈ ਗਏ। ਇਹ ਪੰਜਾਬ 'ਚ ਇੱਕ ਰੀਤ ਚੱਲ ਪਈ ਹੈ, ਉਹ ਸਾਡੇ ਇਲਾਕੇ 'ਚ ਵੀ ਹੈ, ਮਾਝੇ 'ਚ ਵੀ ਆ, ਮਾਲਵੇ 'ਚ ਵੀ ਆ। ਤਾਂ ਸਭ ਤੋਂ ਵੱਧ ਪੰਜਾਬ 'ਚ ਰੀਤ ਆ ਵੀ ਕੁੜੀ ਮਗਰ ਮੁੰਡਾ ਭੇਜ ਦਾਂਗੇ, ਮੁੰਡੇ ਮਗਰ ਕੁੜੀ ਭੇਜ ਦਾਂਗੇ। ਤਾਂ ਕੀ ਤੁਹਾਡੀ ਕੋਈ ਡੀਲ ਹੋਈ ਸੀ, ਮਾਫ ਕਰਨਾ, ਕੋਈ ਸੌਦਾ ਹੋਇਆ ਸੀ, ਜਾਂ ਵਿਆਹ ਵੈਸੇ ਹੋਇਆ ਸੀ ਤੇ ਬਾਅਦ ਸੋਚਿਆ ਵੀ ਚਲੋ ਕੁੜੀ ਪੜ੍ਹੀ ਹੈ, ਕੁੜੀ ਨੂੰ ਬਾਹਰ ਭੇਜ ਦਿੰਦੇ ਆ, ਥੋੜੇ ਬਹੁਤੇ ਪੈਸੇ ਆਪਾਂ ਲਾ ਦਿੰਦੇ ਆ, ਔਖੇ ਸੌਖੇ ਹੋ ਕੇ ਤੁਹਾਡੇ ਕੋਲ ਜਿਹੜੀ ਸਰਦੇ ਪਹੁੰਚਦੇ ਉਹਨਾਂ ਨਾਲੋਂ ਵੱਧ ਸਰਦੇ, ਇਸ ਤਰ੍ਹਾਂ ਹੋਇਆ ਸੀ? ਅਸਲੀਅਤ ਕੀ ਸੀ? ਅਸਲ ਇਸ ਕੁੜੀ ਦਾ ਜੀ ਬੈਂਡ ਆਏ ਹੋਏ ਸੀ ਤੇ ਮੰਗਣੀ ਤੋਂ ਪਹਿਲਾਂ, ਇਸ ਤੋਂ ਬਾਅਦ ਪਹਿਲਾਂ ਤੇ ਉਹ ਸਾਡੇ ਨਾਲ ਗੱਲ ਚੱਲੀ ਵੀ ਇਹ ਲਾਡੀ ਦੇ ਬੈਂਡ ਨਾ ਆਏ। ਉਹ ਸਾਡੇ ਭਾਜੀ ਕਹਿੰਦੇ ਵੀ ਐਂ ਕਰਕੇ ਵੀ ਲਾਡੀ ਦੇ ਬੈਂਡ ਨਹੀਂ ਆਏ, ਆਪਣੀ ਰਿਸ਼ਤੇਦਾਰ ਚੋਂ ਕੁੜੀ ਹੈ ਵੀ ਆਪਾਂ ਇਹਦਾ ਰਿਸ਼ਤਾ ਕਰਾ ਦਿੰਦੇ ਆ, ਵੀ ਇਹ ਵਗ ਜੂ ਲਾਡੀ ਨੂੰ ਲੈ ਜੂ। ਉਧਰੋਂ ਇਹਦਾ ਆਫਰ ਲੈਟਰ ਆਇਆ ਸੀ ਸਾਡੀ ਕੁੜੀ ਦਾ, ਇਹ ਕਹਿੰਦੀ ਵੀਰੇ ਮੈਂ ਨਹੀਂ ਜਾਣਾ, ਵੀ ਤੂੰ ਆਪਦਾ ਕਰ ਲਾ। ਤੁਹਾਡੀ ਬੇਟੀ ਦਾ, ਲਵਪ੍ਰੀਤ ਦੀ ਸਿਸਟਰ ਦਾ? ਹਾਂ, ਉਹਦਾ ਆਫਰ ਲੈਟਰ ਆਇਆ ਹੋਇਆ ਸੀਗਾ ਸਾਡੇ ਜਵਾਈ ਨੇ। ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਵੀਰੇ, ਕਹਿੰਦੀ ਵੀ ਤੂੰ ਆਪਦੀ ਜ਼ਿੰਦਗੀ ਬਣਾ ਲੈ, ਵੀ ਮੈਨੂੰ ਤੂੰ ਬੁਲਾ ਹੀ ਲੈ ਮੈਂ ਕਿਹਾ 5-7 ਸਾਲਾਂ 'ਚ। ਉਹ ਕਹਿੰਦਾ ਚੱਲ ਠੀਕ ਹੈ, ਅਸੀਂ ਸਾਰੇ ਪੈਸੇ ਉੱਤੇ ਲਾਤੇ। ਹਾਂਜੀ, ਅਸੀਂ ਆਪਦੀ ਕੁੜੀ ਦਾ ਆਫਰ ਲੈਟਰ ਛੱਡਤਾ। ਇਹ ਸੋਚਿਆ ਵੀ ਚਲੋ ਪੁੱਤ ਨੂੰ ਭੇਜ ਦਈਏ ਤੇ ਉਸ ਤੋਂ ਬਾਅਦ ਸਾਰਾ ਪਰਿਵਾਰ ਹੀ ਰਾਹ ਖੁੱਲ ਜਾਂਦਾ। ਹਾਂ, ਰਾਹ ਖੁੱਲ ਜਾਂਦਾ ਵੀ ਯਾਰ ਰਾਜੂ ਤੋਂ ਪੜ੍ਹੀ ਹੋਈ ਹੈਗੀ, ਇਹਨੂੰ ਤਾਂ ਫੇਰ ਕਰ ਲਾਂਗੇ ਆਪਾਂ, ਜਾਂ ਇਹਦੀ ਫੀਸ ਭਰ ਦੂ ਕੋਈ, ਵੀ ਕਿਹੜਾ ਆਪਣਾ ਮੁੰਡਾ ਜਾਂਦਾ ਵੀ ਇਹਨੂੰ ਭੇਜ ਦੋ। ਤਾਂ ਖਰਚਾ ਕਾਫੀ ਆ ਜਾਂਦਾ, 25 ਲੱਖ ਕਿਹਾ ਜਾ ਰਿਹਾ, ਕਿਤੇ 40 ਲੱਖ ਕਿਹਾ ਜਾ ਰਿਹਾ। ਅਸਲ 'ਚ ਕਿੰਨਾ ਖਰਚਾ ਆਇਆ ਸੀ ਔਰ ਕਿੰਦੇ ਖਾਤਿਆਂ 'ਚੋਂ ਟਰਾਂਸਫਰ? ਕਿਉਂਕਿ ਕੈਨੇਡਾ ਪੈਸਾ ਗਿਆ, ਕੋਈ ਇਹ ਤਾਂ ਹੈ ਨਹੀਂ ਵੀ ਬੈਗ 'ਚ ਪਾ ਕੇ ਲੈ ਗਏ ਆ, ਸਾਰਾ ਖਾਤਿਆਂ ਰਾਹੀਂ ਖਾਤਿਆਂ 'ਚ ਪੈਸਾ ਜਾਂਦਾ। ਕਿੰਨਾ ਪੈਸਾ ਲੱਗਿਆ? 24 ਤੋਂ 25 ਲੱਖ ਰੁਪਏ ਲੱਗਿਆ ਵੀਰੇ, ਸਾਰਾ ਖਾਤਾ, ਸਾਰਾ ਇੱਕ ਪੈਸਾ, ਸਾਰੀਆਂ ਸਟੇਟਮੈਂਟਾਂ ਪਈਆਂ ਨੇ। ਪੜ੍ਹਾਈ ਦਾ ਖਰਚਾ ਸਰ? ਹਾਂ, ਪੜ੍ਹਾਈ ਦਾ ਖਰਚਾ, ਮਤਲਬ ਕਿ ਇਹਦੀ ਉੱਤੇ ਫੀਸ 9 ਲੱਖ ਰੁਪਏ 10 ਲੱਖ ਰੁਪਏ ਹੁੰਦੀ ਹੈ, ਉਹ 4-5 ਲੱਖ ਰੁਪਏ ਆਪਾਂ ਬੱਚੇ ਨੂੰ ਵਰਤਣ ਨੂੰ ਭੇਜ ਦਿੰਦੇ ਹਾਂ, ਉਹ ਵੀ ਕੱਢ ਕੇ ਖਾ ਗਈ ਕੁੜੀ। ਉਦੋਂ ਬਾਅਦ 5 ਲੱਖ ਸਾਤੋਂ ਫੇਰ ਮੰਗਾ ਲਿਆ, 50,000 ਸੀਰੇ ਭਾਜੀ ਨੇ ਭੇਜਿਆ। ਫਿਰ ਉਹਨੇ ਲਾਡੀ ਨੂੰ ਫੋਨ ਕਰਿਆ ਵੀ ਮੈਂ ਫੀਸ ਫੂਸ ਭਰਨੀ ਹੈ, ਮੇਰੇ ਕੋਲ ਪੈਸੇ ਘੱਟ ਆ। ਫਿਰ ਵਿੱਕੀ ਸਾਡਾ ਭਾਣਜਾ, ਜਿਹੜੀ ਉਹਦੀ ਮਤਲਬ ਕਿ ਜਿਹੜਾ ਸਾਡਾ ਵਿਚੋਲਾ ਦਾ ਮੁੰਡਾ, ਉਹ ਤੋਂ 177 13 ਸੈਂਟ, ਇਹ $150 ਇੱਕ, ਉਹਨੇ ਵਿੱਕੀ ਨੇ ਉਹਨੂੰ ਭੇਜਿਆ, ਬੇਅੰਤ ਕੌਰ ਬਾਜਵਾ ਨੂੰ। ਉਹ ਪੈਸੇ ਉਹਨੇ ਹੁਣ ਵਾਪਸ ਕਰਿਆ, ਇਹ ਭੇਜੇ ਸੀ ਉਹਨੇ 19/9/19 ਚ। ਹਾਂ, 2019 ਚ, 19 ਤਰੀਕ 9ਵਾਂ ਮਹੀਨਾ 2019, ਮੈਂ ਡੇਟ ਯਾਦ ਹੈ। ਅੱਜ ਇੱਕ ਇੰਟਰਵਿਊ ਜਿਹੜੀ ਮੈਂ ਪਹਿਲਾਂ ਵੀ ਕਹਿ ਰਿਹਾ ਵੀ ਕੈਨੇਡਾ ਦੇ ਇੱਕ ਨਿੱਜੀ ਚੈਨਲ 'ਚ, ਉਹ 'ਚ ਬੇਅੰਤ ਕੌਰ ਕਹਿੰਦੀ ਹੈ ਵੀ ਮੈਂ ਵਿੱਕੀ ਨੂੰ ਪੈਸੇ ਭੇਜਦੇ ਰਹੀ, ਮੈਨੂੰ ਲਵਪ੍ਰੀਤ ਕਹਿੰਦਾ ਸੀ ਵੀ ਵਿੱਕੀ ਨੂੰ ਪੈਸਿਆਂ ਦੀ ਲੋੜ ਹੈ ਤਾਂ ਵਿੱਕੀ ਨੂੰ ਭੇਜ ਦੇ, ਤਾਂ ਉਹ ਪੈਸੇ ਉਹਨੇ ਉਧਾਰ ਮੋੜੇ ਹੁੰਦੇ, ਕੁਝ ਵੱਖਰਾ ਨਹੀਂ ਦਿੱਤਾ। ਕੁਝ ਵੱਖਰਾ ਨਹੀਂ ਜੀ, ਉਹ 'ਚੋਂ ਵੀ ਕੱਟ ਦਿੱਤੇ ਆ, ਉਹ ਉਧਾਰ ਦੇ ਪੈਸੇ ਆ। ਉਹਨੂੰ ਪੈਸੇ ਤਾਂ ਮੇਰਾ ਭਤੀਜਾ ਬੋਵੀ ਹੈ, ਮੇਰੇ ਭਾਈ ਵੱਡੇ ਭਰਾ ਦਾ, ਉਹ ਤੋਂ ਵੀ ਲਾਡੀ ਨੇ ਦਵਾਏ ਆ, ਉਹਦੇ ਵੀ ਪੈਸੇ ਉਹਨੇ ਮੋੜੇ ਆ, ਪਰ ਉਹਦੇ ਪੈਸੇ ਜਲਦੀ ਮੋੜਤੇ ਸੀਗੇ। ਹਾਂ, ਤਾਂ ਇੱਕ ਮੈਂ ਪੁੱਛਣੀ ਚਾਹੁੰਦਾ ਵੀ ਜਦੋਂ ਉਹ ਬਾਹਰ ਸੀ, ਇਹ ਸਾਨੂੰ ਵੀ ਪਤਾ ਵੀ ਕਰੋਨਾ ਕਰਕੇ ਬਹੁਤ ਸਾਰੀਆਂ ਰੁਕਾਵਟਾਂ ਇੱਧਰ ਵੀ ਸੀਗਾ, ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਉਹ ਇੱਧਰ ਬੈਠੇ ਆ, ਜਿਹੜੇ ਘੁੰਮਣ ਆਏ ਸੀ ਉਹਨਾਂ ਨੂੰ ਫਲਾਈਟਾਂ ਬੰਦ ਹੋ ਗਈਆਂ। ਤਾਂ ਪਰਿਵਾਰ 'ਚ ਵੀ ਗੱਲ ਚੱਲਦੀ ਸੀ ਵੀ ਇਸ ਤਰ੍ਹਾਂ ਜਿਹੜਾ ਕਰੋਨਾ ਕਰਕੇ ਉਹ ਉੱਥੇ ਜਿਹੜੀ ਕੋਈ ਜਿਹੜੀ ਕਾਨੂੰਨੀ ਕਾਰਵਾਈ ਉਹ ਨਹੀਂ ਕਰ ਸਕਦੀ ਲਵਪ੍ਰੀਤ ਨੂੰ ਬੁਲਾਉਣ ਦੇ ਵਾਸਤੇ, ਕੋਈ ਇਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਉਹਨੇ ਕਦੇ? ਵੀਰੇ ਜਿੰਨੇ ਉਹਦੇ ਫਰੈਂਡਾਂ ਦੇ ਵਿਆਹ ਹੋਏ ਨੇ, ਉਹ 'ਚੋਂ 2-3 ਤਾਂ ਲੰਘ ਗਏ। ਇੱਕ ਉਹਦੇ ਫਰੈਂਡ ਦਾ ਹੁਣੀ ਵਿਆਹ ਹੋਇਆਗਾ, ਉਹਦੀ ਫਾਈਲ ਬਣਵਾ ਕੇ ਉਹਨੇ ਅਪਲਾਈ ਕਰਤਾ, ਉਹਦਾ ਵੀਜ਼ਾ ਕਦੋਂ ਆਉਂਦਾ ਉਹ ਮੈਟਰ ਅੱਡ ਹੈ। ਮਤਲਬ ਕਿ ਇਸ ਜਦੋਂ ਦੀ ਕੁੜੀ ਗਈ ਹੈ ਨੇ ਇੱਕ ਸਿੰਗਲ ਡਾਕੂਮੈਂਟ ਨਹੀਂ ਸਾਨੂੰ ਭੇਜਿਆ। ਲਾਡੀ ਹਰ ਚੈਟ ਤੇ ਕਹਿੰਦੀ ਮੈਨੂੰ ਪੇਪਰ ਭੇਜ ਦੇ, ਤੇਰਾ ਵਰਕ ਪਰਮਿਟ ਭੇਜ ਦੇ ਮੈਨੂੰ। ਤੇ ਮਤਲਬ ਕਿ ਜਿੱਦੇ ਸਾਡੀ ਡੈਥ ਹੋਈ ਆ, ਲਾਡੀ ਦੀ ਛੋਟੀ ਕੁੜੀ ਨਾਲ ਗੱਲ ਹੋਈ ਆ, ਉਹ ਕਹਿੰਦੀ ਸਾਨੂੰ ਤੇਰਾ ਐਡਰੈਸ ਭੇਜ ਦੇ, ਵੀ ਕਿੱਥੇ ਆ, ਵੀ ਸਾਡੇ ਰਿਸ਼ਤੇਦਾਰ ਨੇ ਤੇਰੇ ਕੋਲੇ ਭੇਜ ਦਿੰਦੇ ਆ, ਵੀ ਤੂੰ ਇਕੱਲੀ ਬੈਠੀ ਐ। ਨਹੀਂ ਜੀ, ਕਹਿੰਦੀ ਉਹਦੇ ਕੋਈ ਰਿਸ਼ਤੇਦਾਰਾਂ ਨਾਲ ਲੈ ਕੇ, ਕਹਿੰਦੀ ਉਹ ਸਾਡੇ ਕੋਲੇ ਆ ਰਹੇ ਨੇ। ਜਦੋਂ ਅਸੀਂ ਉਹਨਾਂ ਨੂੰ ਰਾਬਤਾ ਕਾਇਮ ਕੀਤਾ, ਉਹ ਕਹਿੰਦੇ ਘਰੇ ਬੈਠੇ ਆਉਂਦੇ। ਲਾਡੀ ਦੇ ਮਰਨ ਤੋਂ ਬਾਅਦ ਵੀ ਉਹ ਝੂਠ ਬੋਲ ਰਹੀ ਸੀ। ਹਾਂਜੀ, ਤਾਂ ਉਹਦੇ ਮਨ 'ਚ ਕਿਹੜਾ ਚੋਰ ਸੀ ਕਿ ਉਹ ਲਾਡੀ ਨੂੰ, ਕਿਉਂਕਿ
ਜਦੋਂ ਵਿਆਹ ਕਰਵਾ ਲਿਆ, ਆਨੰਦ ਕਾਰਜ ਹੋ ਗਏ, ਉਹ ਕਹਿੰਦੀ ਵੀ ਮੈਂ ਹਰ ਪੇਪਰ ਤੇ ਇਹਦਾ ਹੀ ਨਾਮ ਲਿਖਿਆ ਸੀਗਾ, ਜੇ ਮੈਂ ਫਰਾਡ ਕਰਨਾ ਹੁੰਦਾ ਤਾਂ ਮੈਂ ਉੱਥੇ ਆਪਦਾ ਸਿੰਗਲ ਸ਼ੋਅ ਕਰ ਦਿੰਦੀ। ਇਸ ਤਰ੍ਹਾਂ ਕਈ ਕੁੜੀਆਂ ਕਰ ਰਹੀਆਂ ਨੇ, ਕਿਉਂਕਿ ਜਦੋਂ ਤੁਹਾਡੇ ਬੱਚੇ ਦਾ ਮਾਮਲਾ ਸਾਹਮਣੇ ਆਇਆ ਨਾ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੇਜਾਂ ਦੇ ਪੇਜ ਭਰ ਗਏ ਆ, ਫਲਾਣਾ ਮੇਰੇ ਨਾਲ ਵੀ ਧੋਖਾ ਹੋ ਗਿਆ, ਕੋਈ ਕਹਿੰਦਾ ਮੈਨੂੰ ਮੁੰਡਾ ਧੋਖਾ ਦੇਗਾ, ਕੋਈ ਕਹਿੰਦਾ ਕੁੜੀ ਧੋਖਾ ਦੇਗੀ। ਤਾਂ ਬੜਾ ਹੈਰਾਨ ਹੋ ਗਿਆ ਵੀ ਇਹ ਸਾਡੇ ਪਰਿਵਾਰਾਂ 'ਚ ਹੋ ਕੀ ਗਿਆ ਆਖਰ। ਤਾਂ ਕੀ ਕਾਰਨ, ਤੁਹਾਨੂੰ ਕੀ ਲੱਗਦਾ ਕਾਰਨ ਕੀ ਹੋਣਗੇ ਜਿਹੜਾ ਲਵਪ੍ਰੀਤ ਤੋਂ ਇਸ ਤਰ੍ਹਾਂ ਉਹ ਕਰਦੀ ਸੀ, ਉਹਨੂੰ ਨਹੀਂ ਸੀ ਉੱਥੇ ਬੁਲਾਉਣਾ ਚਾਹੁੰਦੀ? ਦੇਖੋ ਉਹਦਾ ਕਾਰਨ ਤਾਂ ਹੀ ਉਹਨੂੰ ਹੀ ਪਤਾ ਹੈ, ਪਰ ਉਹਨੇ ਉੱਥੇ ਸ਼ੁਰੂ 'ਚ ਜਦੋਂ ਲਾਡੀ ਦੀ ਡੈਥ ਹੋਈ ਹੈ, ਫੋਨਾਂ ਤੇ ਗੱਲ ਚੱਲੀ ਹੈ, ਉੱਥੇ ਨੇ ਕਈਆਂ ਨੂੰ ਕਿਹਾ, ਇੱਕ ਮੁੰਡਾ ਖਨੀ ਦੋ ਉਹਨਾਂ ਨਾਲ ਗੱਲ ਹੋਈ ਸੀ ਉਹਦੀ ਫੋਨ ਤੇ, ਇੱਕ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈ, ਉਹ ਕਹਿੰਦੀ ਵੀ ਮੈਨੂੰ ਇਹ ਮੁੰਡਾ ਪਸੰਦ ਨਹੀਂ, ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੈਂ ਇੱਕ ਗੱਲ ਉਹਨੂੰ ਕਹਿਣਾ ਚਾਹੁੰਦਾ ਵੀ ਜਦੋਂ ਤੇਰੇ ਅਸੀਂ 1 ਸਾਲ ਤੂੰ ਮੰਗੀ ਰਹੀ ਹੈ, ਉਦੋਂ ਉੱਥੇ ਜਵਾਬ ਦੇ ਦਿੰਦੀ ਸਾਨੂੰ, ਤੂੰ ਨਹੀਂ ਵਿਆਹ ਕਰਾਉਣਾ ਸੀ, ਸਾਡੇ ਮੁੰਡੇ ਦਾ ਨਾਂ ਕਰਾਉਂਦੀ, ਇਹਦੇ ਪੇਪਰ ਲਵਾ ਕੇ ਇਹਨੂੰ ਉੱਥੇ ਲਿਆ ਕੇ ਛੱਡ ਦਿੰਦੀ। ਉਹ ਵੀ ਲਾਡੀ ਨੇ ਕਿਹਾ ਵੀ ਜੇ ਕਹਿੰਦਾ ਚਰਚ ਪਿਆ, ਜੇ ਤੇਰਾ ਕਿਸੇ ਮੁੰਡੇ ਨਾਲ ਹੋਰ ਰਿਲੇਸ਼ਨ ਨੇ, ਕਹਿੰਦਾ ਮੈਂ ਤੇਰੇ 'ਚ ਇੰਟਰਫੇਅਰ ਨਹੀਂ ਕਰੂੰਗਾ, ਵੀ ਤੂੰ ਮੇਰਾ ਇੱਕ ਵਾਰ ਇੱਥੋਂ ਕਰ ਦੇ, ਵੀ ਮੈਂ ਲੋਕਾਂ ਤੋਂ ਸੁਣ ਕੇ ਅੱਕਿਆ ਪਿਆ। ਲੋਕ ਮੈਨੂੰ ਕੈਨੇਡਾ ਵਾਲਾ ਕਹਿ ਕੇ ਮੈਨੂੰ ਮਜ਼ਾਕ ਕਰਦੇ ਆ, ਲੋਕ ਮੈਨੂੰ ਕਹਿੰਦੇ ਵੀ ਤੇਰੀ ਘਰ ਵਾਲੀ ਤੈਨੂੰ ਲੈ ਕੇ ਨਹੀਂ ਜਾਂਦੀ, ਨਾਲੇ ਤੇਰਾ ਕਿੱਲਾ ਵਾਹਣਦਾ ਵੇਖੂ। ਇਹ ਚੈਟ ਐ ਨਹੀਂ ਹੈਗਾ ਵੀ ਕੋਈ ਅੱਜ ਸਵੇਰ ਦੀ ਹੈ, ਬਹੁਤ ਪੁਰਾਣੀਆਂ ਚੈਟਾਂ ਨੇ ਇਹ। ਸੁਸਾਈਡ ਕਦੇ ਦੇਖੀਆਂ ਨਹੀਂ ਵੀਰੇ, ਉਹ ਇਦਾਂ ਹੁੰਦਾ ਸੀ ਨਾ ਵੀ ਭਤੀਜਾ ਲੱਗਦਾ ਆਪਦੀ ਘਰ ਵਾਲੀ ਨੂੰ ਨੂੰਹ ਲੱਗਦੀ ਹੈ, ਪਰ ਕਾਹਨੂੰ ਆਪਾਂ ਕਿਸੇ ਦੀ ਪਰਸਨਲ ਚੈਟ ਖੋਲਣੀ ਹੈ। ਹਾਂ, ਇਹ ਚੱਕਰ ਸੀਗਾ। ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਇਹਨਾਂ ਮੰਨ ਲਓ ਵੀ ਲਵਪ੍ਰੀਤ ਪਹਿਲਾਂ ਤੋਂ ਹੀ ਜਿਵੇਂ ਉਹਦੀ ਮਿਹਨਤ ਜੀ ਕਰਦਾ ਸੀ ਵੀ ਮੈਨੂੰ ਇੱਕ ਵਾਰੀ ਬੁਲਾ ਲਾ, ਚਲ ਤੂੰ ਨਹੀਂ ਤੇ ਨਾ ਸੀ, ਉਹਦੇ ਮਨ 'ਚ ਆ ਚੁੱਕਾ ਸੀ ਵੀ ਸ਼ਾਇਦ ਇਹ ਨਹੀਂ ਬੁਲਾਉਣਾ ਚਾਹੁੰਦੀ, ਜੇ ਕੁਝ ਇਸ ਤਰ੍ਹਾਂ ਦੀ ਗੱਲ ਸੀ। 25 ਨਵੰਬਰ ਨੂੰ ਵੀਰੇ ਉਹਨੇ ਸੁਸਾਈਡ ਕਰਨ ਵਾਸਤੇ ਕਲੀਅਰ ਲਿਖਤਾ ਸੀ। 25 ਨਵੰਬਰ ਨੂੰ 20 ਦੀਆਂ ਉਹਨੇ ਲਿਖਤਾ ਸੀ ਵੀ ਮੇਰੇ ਕੋਲ ਕੋਈ ਹੱਲ ਨਹੀਂ, ਮੈਂ ਸੁਸਾਈਡ ਕਰੂੰਗਾ, ਤੂੰ ਮੈਨੂੰ ਬੁਲਾ ਲਾ। ਉਹਦਾ ਰਿਪਲਾਈ ਕੀ ਸੀ? ਕੋਈ ਰਿਪਲਾਈ ਨਹੀਂ। ਹਾਂ ਉਹ ਥੱਲੇ ਥੰਬਸ ਅਪ ਕਹਿੰਦੀ ਕਰ ਲੈ। ਮੈਂ ਤਾਂ ਖਾਉਂ ਤੁਹਾਨੂੰ ਚੈਟਾਂ, ਥੋੜਾ ਮੇਰੇ ਕੋਲ ਟਾਈਮ ਘੱਟ ਸੀ ਆਪਣੇ ਕੋਲੇ, ਮੈਂ ਤੁਹਾਨੂੰ ਸਾਰੀਆਂ ਚੈਟਾਂ ਭੇਜ ਦੂੰ, ਉਹਨੇ ਥੱਲੇ ਥੰਬਸ ਅਪ ਕਰਿਆ ਹੋਇਆ ਵੀ ਕਰ ਲੈ ਕਹਿੰਦੀ। ਇਹ ਇਹਨਾਂ ਗੱਲਾਂ ਤੋਂ ਸਿੱਧ ਹੁੰਦਾ ਵੀ ਉਹ ਬੇਪਰਵਾਹ ਸੀ ਲਵਪ੍ਰੀਤ ਦੀ, ਜਿਹੜੇ ਕਿ ਉਹਦੇ ਭਵਿੱਖ ਨੂੰ ਲੈ ਕੇ। ਤਾਂ ਭਵਿੱਖ ਹੀ ਨਹੀਂ ਇਕੱਲਾ ਲਵਪ੍ਰੀਤ ਦਾ ਹੀ ਇਕੱਲਾ ਭਵਿੱਖ ਜਿਹੜਾ ਇਸ ਵਕਤ ਡੁੱਬਿਆ ਨਹੀਂਗਾ, ਪਰਿਵਾਰ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਤਾਂ ਇਹਦੇ 'ਚ ਵੀ ਕੋਈ ਦੋਰਾ ਹੀ ਨਹੀਂ। ਜੇ ਧੀ ਵਾਲੇ ਜਿਹੜੇ ਮਾਫ ਕਰਨਾ ਬੇਅੰਤ ਕੌਰ ਦਾ ਪਰਿਵਾਰ ਹੈ, ਉਹਨਾਂ ਦੀ ਜਿਹੜੀ ਇੰਟਰਵਿਊ ਆ ਮੀਡੀਆ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਬੇਅੰਤ ਕੌਰ ਜੇ ਮੰਨ ਲਓ ਇੰਡੀਆ ਆ ਜਾਂਦੀ ਹੈ ਤਾਂ ਅਸੀਂ ਉਹਨੂੰ ਸਹੁਰੇ ਪਰਿਵਾਰ ਨੂੰ ਹੀ ਸੌਂਪਾਂਗੇ, ਉਹਨਾਂ ਦੀ ਨੂੰਹ ਆ, ਉੱਥੇ ਰਵੇ, ਆਪਦਾ ਘਰ ਸਾਂਭੇ। ਤਾਂ ਤੁਹਾਨੂੰ ਕੀ ਲੱਗਦਾ ਉਹ ਸਹੁਰਾ ਪਰਿਵਾਰ ਇਹ ਕਹਿ ਰਿਹਾ, ਉਹ ਇਮਾਨਦਾਰੀ ਨਾਲ ਇਹ ਗੱਲ ਕਹਿ ਰਿਹਾ, ਜਾਂ ਅਜੇ ਵੀ ਉਹ ਸਿਰਫ ਗੱਲਾਂ ਫੋਕੀਆਂ ਗੱਲਾਂ ਨੇ ਜੀ? ਨਾ ਉਹਨੇ ਆਉਣਾ ਇੱਥੇ। ਹਾਂ, ਜੇ ਕੁੜੀ ਆਉਂਦੀ ਹੈ ਮੋਸਟ ਵੈਲਕਮ ਹੈ। ਮੈਂ ਕਹਿੰਦਾ ਡਿਵੋਰਟ ਹੋਣ ਦਾ ਕਿਉਂ ਵੇਟ ਕਰ ਰਹੀ ਹੈ, ਸਾਡੇ ਵਕੀਲਾਂ ਦੇ ਪੈਸੇ ਕਿਉਂ ਲਵਾ ਰਹੀ ਹੈ? ਜਦੋਂ ਦਿਲ ਹੈਗਾ ਉਰੇ ਚੜਿਆ ਵਾ ਜਹਾਜ਼, ਤੜਕੇ ਆ ਜੇ, ਟਿਕਟ ਕਰਾ ਚੜ ਕੇ ਆ ਜਾ, ਉਹਦਾ ਘਰ ਆ ਜੀ, ਰਹੇ ਉਰੇ। ਪਤਨੀ ਨੂੰ ਪਤੀ ਤੋਂ ਵੱਧ ਕੌਣ ਹੁੰਦਾ? ਹੁਣ ਉਹ ਤਾਂ ਜਿਹੜੇ ਹਿਸਾਬ ਨਾਲ ਉਹ ਸਾਡੇ ਘਰੇ ਭੇਜਣਗੇ, ਹੁਣ ਮੁੰਡਾ ਤਾਂ ਸਾਡੇ ਹੈ ਨਹੀਂ ਕੋਈ, ਸਾਰਿਆਂ ਦੇ ਇਕੱਲੇ ਆ। ਇੱਥੇ ਰਹਿ ਪੂ ਭਾਈ, ਸਾਡੀ ਫੈਮਿਲੀ 'ਚ ਰਹੂ, ਆਦੀ ਸੱਸ ਸਹੁਰੇ ਦੀ ਸੇਵਾ ਕਰ ਲੂ, ਇਹੀ ਕਰ ਸਕਦੀ ਹੈ। ਤੇ ਮੱਝਾਂ ਰੱਖ ਲਾਂਗੇ 5-7, ਦੁੱਧ ਪਾ ਲਿਆ ਕਰੂਗੀ, ਵਿਹਲੀ ਤਾਂ ਹੋਰ ਕੀ ਕਰੂਗੀ, ਕੱਪੜੇ ਸਿਉਂ ਲੂਗੀ, ਇਹਨਾਂ ਦੀ ਸੇਵਾ ਕਰੂਗੀ, ਬੜੇਪਾ ਸਾਹਮੂ ਇਹਨਾਂ ਦਾ, ਆ ਜੀ ਕੋਈ ਚੱਕਰ ਨਹੀਂ। ਤਾਂ ਅਸੀਂ ਇਸ ਪਰਿਵਾਰ ਦੇ ਵਿੱਚ ਬੈਠੇ ਹਾਂ, ਬਹੁਤ ਵਾਰ-ਵਾਰ ਇਹ ਗੱਲ ਕਰਨ ਨੂੰ ਜੀ ਕਰਦਾ ਵੀ ਕਦੇ ਸੋਚਿਆ ਨਹੀਂ ਹੋਣਾ ਵੀ ਉਹਦਾ ਅੰਤ ਇਹ ਹੋਊਗਾ, ਇਸ ਕਹਾਣੀ ਦਾ ਅੰਤ ਇਹ ਹੋਊਗਾ ਜਦੋਂ ਰਿਸ਼ਤਾ ਕੀਤਾ ਹੋਣਾ ਬੜੇ ਚਾਵਾਂ ਦੇ ਨਾਲ, ਜਿਹੜਾ ਕਿ ਨੌਂ ਨੂੰ ਬਹੁਤ ਸਾਰੇ ਪਰਿਵਾਰ ਜਾਂਦੇ ਆ, ਅਸੀਂ ਆਮ ਹੀ ਸਾਡੇ ਮਹੱਲਿਆਂ ਗਲੀਆਂ 'ਚੋਂ ਜਾਂਦੇ ਆ। ਤਾਂ ਇਹਦਾ ਭਵਿੱਖ ਜਿਹੜਾ ਕੀ ਹੋ ਰਿਹਾ, ਕੁੜੀਆਂ ਉੱਥੇ ਜਾ ਕੇ ਕਿਹੜਾ ਰਾਹ ਫੜ ਰਹੀਆਂ ਨੇ, ਬਹੁਤ ਸਾਰੇ ਮੁੰਡੇ ਵੀ ਫੜ ਰਹੇ ਨੇ, ਕੁਝ ਮੁੰਡੇ ਇੱਥੋਂ ਜਾਂਦੇ ਆ, ਉੱਥੇ ਜਾ ਕੇ ਵਿਆਹ ਕਰਵਾ ਲੈਂਦੇ ਆ, ਕੁੜੀਆਂ ਸਾਰੀ ਉਮਰ ਇੱਥੇ ਉਡੀਕਦੀਆਂ ਰਹਿੰਦੀਆਂ, ਕੁਝ ਬੱਚੇ ਪੈਦਾ ਹੋ ਜਾਂਦੇ, ਉਸ ਤੋਂ ਬਾਅਦ ਉਹ ਸਾਰੀ ਉਮਰ ਵਿਚਾਰੀਆਂ ਉਹ ਨਾ ਵਿਆਹੀਆਂ ਨਾ ਕੁਆਰੀਆਂ। ਤਾਂ ਇਹ ਜਿਹੜੀ ਘਟਨਾ ਵਾਪਰੀ ਲਵਪ੍ਰੀਤ ਵਾਲੀ, ਜਦੋਂ ਇਹ ਸਾਹਮਣੇ ਆਈ ਹੈ ਤਾਂ ਇੱਕ ਲੁਧਿਆਣੇ ਦਾ ਨੌਜਵਾਨ ਆ, ਉਹ ਕਹਿੰਦਾ ਵੀ ਮੇਰਾ ਛੋਟਾ ਜਿਹਾ ਬੱਚਾ ਵੀ ਹੈ, 3 ਸਾਲ ਦੀ ਧੀ ਆ, ਮੇਰੀ ਵਾਈਫ ਉੱਥੇ ਪੜ੍ਹਨ ਗਈ ਸੀ, ਉੱਥੇ ਉਹਨੇ ਆਨੰਦ ਕਾਰਜ ਵਿਆਹ ਕਰਾ ਲਿਆ, ਕਿਸੇ ਨਾਲ ਕੋਰਟ ਮੈਰਿਜ ਕਰਾ ਲਈ, ਕਾਨੂੰਨ ਇਸ ਤਰ੍ਹਾਂ ਦੇ ਆ, ਉਹਨੂੰ ਵਾਪਸ ਤੁਸੀਂ ਧੱਕੇ ਨਾਲ ਲਿਆ ਨਹੀਂ ਸਕਦੇ। ਉਹਨੇ ਆਪਦੀ ਸਾਰੀ ਵੇਸ਼ਭੂਸ਼ਾ ਉੱਥੇ ਬਦਲ ਲਈ ਹੈ, ਟਿਮ ਹੋਟਲ 'ਚ ਉੱਥੇ ਜੌਬ ਕਰਦੀ ਆ। ਤਾਂ ਪੰਜਾਬ ਜਾ ਕਿੱਧਰ ਨੂੰ ਰਿਹਾ ਆਖਰ? ਇਹਦੇ ਵਾਸਤੇ ਕੌਣ? ਜੇ ਅਸੀਂ ਆਮ ਹੀ ਸਰਕਾਰਾਂ ਤੇ ਇਲਜ਼ਾਮ ਲਾ ਦਿੰਦੇ, ਤਾਂ ਸਾਡੇ ਮਨਾਂ ਦੇ ਵਿੱਚ ਜਿਹੜਾ ਕੈਨੇਡਾ ਜਾਣ ਦਾ ਲਾਲਚ ਸੀ ਜਾਂ ਸਾਡੀ ਚਾਹਨਾ ਸੀ, ਸਾਡਾ ਭਵਿੱਖ ਸੁਧਾਰਨ ਦੀ ਬਹੁਤ ਸਾਰੇ ਕਾਰਨ ਹੋ ਸਕਦੇ ਇਹਦੇ, ਪਰ ਇਹ ਕੋਈ ਨਹੀਂ ਸੋਚਦਾ ਵੀ ਅਸੀਂ ਜਿਸ ਵੀ ਸ਼ਾਰਟਕਟ ਤਰੀਕੇ ਦੇ ਨਾਲ ਜਾਂ ਕਿਸੇ ਲਾਲਚੀ ਤਰੀਕੇ ਦੇ ਨਾਲ ਬਾਹਰ ਭੇਜਣਾ ਚਾਹੁੰਦੇ ਹਾਂ। ਤਾਂ ਕਿਉਂ ਸਾਡਾ ਹੀ ਪਰਿਵਾਰ, ਕੋਈ ਬੇਅੰਤ ਕੌਰ ਦਾ ਪਰਿਵਾਰ ਗੈਰ ਪੰਜਾਬੀ ਨਹੀਂ ਸੀ, ਜਾਂ ਉਹਨੂੰ ਨਹੀਂ ਸੀ ਪਤਾ ਵੀ ਸਾਡੇ ਪਰਿਵਾਰ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਆ, ਪੈਸੇ ਕਿੱਦਾਂ ਲਾਏ ਹੋਣਗੇ, ਭਵਿੱਖ ਬਾਰੇ ਕਿਵੇਂ ਸੋਚਿਆ ਹੋਊਗਾ, ਸਾਰੀਆਂ ਰਹੁ ਰੀਤਾਂ ਰਿਵਾਜ ਕਿਵੇਂ ਵਿਆਹ ਦੇ ਪੂਰੇ ਕੀਤੇ ਹੋਣਗੇ। ਤਾਂ ਸਾਡੇ ਨਾਲ ਲਵਪ੍ਰੀਤ ਦੇ ਜੀਜਾ ਜੀ ਮੌਜੂਦ ਆ। ਤੁਹਾਨੂੰ ਕੀ ਲੱਗਦਾ ਜੀ, ਹੁਣ ਕਹਾਣੀ ਜਿੱਥੇ ਖਲੋਤੀ ਹੈ, ਅਸੀਂ ਅੱਜ ਦੀ ਸਿਚੁਏਸ਼ਨ 'ਚ ਗੱਲ ਕਰਾਂਗੇ। ਲਵਪ੍ਰੀਤ ਦੀ ਜਿਹੜੀ ਵਾਈਫ ਹੈ ਬੇਅੰਤ, ਕਹਿੰਦੀ ਵੀ ਉਹ ਨਸ਼ਾ ਕਰਦਾ ਸੀ, ਮੇਰੇ ਤੋਂ ਪੈਸੇ ਮੰਗਦਾ ਸੀ, ਪਰ ਮੈਂ ਕਰਨਾ ਚਾਹੁੰਦੀ ਸੀ ਉਹਦੇ ਵਾਸਤੇ ਸਾਰਾ ਕੁਝ, ਮੈਂ ਉਹਨੂੰ ਬੁਲਾਉਣਾ ਸੀ, ਪਰ ਉਹਨੇ ਸਬਰ ਨਹੀਂ ਕੀਤਾ, ਉਹ ਕਾਹਲੀ ਕਰ ਗਿਆ, ਤਾਂ ਉਹ ਮੈਨੂੰ ਤੰਗ ਕਰਦਾ ਸੀ, ਮੈਨੂੰ ਦੋਸਤਾਂ ਮਿੱਤਰਾਂ ਤੋਂ ਗਾਲਾਂ ਕਢਵਾਉਂਦਾ ਸੀ। ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ? ਜੇ ਉਹ ਗਾਲਾਂ ਕਢਾਉਂਦਾ ਸੀ, ਅਸੀਂ ਕਹਿੰਦੇ ਪ੍ਰੂਫ ਦੇ ਦੇਵੇ, ਕੋਈ ਚੈਟ 'ਚ ਦੇਖੋ, ਸਾਡੇ ਕੋਲ ਰਿਕਾਰਡਿੰਗ ਪਈ ਆ, ਮੇਰੀ ਵਾਈਫ ਨਾਲ ਗੱਲ ਹੋਈ ਆ ਉਹਦੀ ਡੈਥ ਤੋਂ ਬਾਅਦ। ਉਹਨੇ ਇਹ ਆਪਦੇ ਲਫ਼ਜ਼ਾਂ ਨਾਲ ਕਿਹਾ ਵੀ ਸਾਡੀ ਫੋਨ ਤੇ ਕੋਈ ਲੜਾਈ ਨਹੀਂ ਹੁੰਦੀ ਸੀ, ਜੋ ਲੜਾਈ ਹੁੰਦੀ ਸੀ ਚੈਟ ਤੇ ਹੁੰਦੀ ਸੀ,
ਚੈਟ 'ਚ ਹੀ ਗਾਲਾਂ ਕੱਢੀਆਂ ਹੋਣਗੀਆਂ। ਸਾਨੂੰ ਪ੍ਰੂਫ ਦੇ, ਤੁਹਾਨੂੰ ਦੇ ਦੇਵੇ, ਅਸੀਂ ਤਾਂ ਆਪ ਨਹੀਂ ਕਹਿੰਦੇ, ਤੁਸੀਂ ਦੇ ਦਿਓ, ਸ਼ੋਅ ਕਰ ਦਿਓ, ਟੀਵੀ ਤੇ ਚਲਾਓ ਤੁਸੀਂ, ਸਾਨੂੰ ਕੋਈ ਹਰਜ ਨਹੀਂ। ਜੇ ਉਹ ਸੱਚੀ ਆ ਪ੍ਰੂਫ ਦੇ ਦੇਵੇ। ਉਹ ਕਹਿ ਰਹੀ ਆ ਮੈਂ ਨਾਂ ਲਿਖਾਤਾ, ਸਾਰੇ ਕਿਤੇ ਨਾਂ ਲਿਖਾਤਾ, ਫਿਰ ਦਿਖਾਉਂਦੀ ਕਿਉਂ ਨਹੀਂ? ਵਰਕ ਪਰਮਿਟ ਦਾ ਉਹਦਾ ਪੇਪਰ ਦਿਖਾਵੇ, ਆਪਦਾ ਪਾਸਪੋਰਟ ਸ਼ੋਅ ਕਰੇ ਸਾਨੂੰ ਵੀ ਮੈਂ ਲਵਪ੍ਰੀਤ ਸਿੰਘ ਵਾਈਫ ਆਫ ਲਿਖਾਇਆ ਹੋਇਆ, ਕੁਛ ਤਾਂ ਸ਼ੋਅ ਕਰੇ। ਗੱਲਾਂ ਕਹਿਣ ਨਾਲ ਹੁਣ ਅਸੀਂ ਤੁਹਾਨੂੰ ਕਹਿ ਦੇਣਾ ਅਸੀਂ ਐਂ ਕਰਤਾ ਉਹ ਕਰਤਾ, ਜੇ ਤੁਹਾਨੂੰ ਕੋਈ ਪ੍ਰੂਫ ਦੇਵਾਂਗੇ ਤਾਂ ਹੀ ਮੰਨੋਗੇ ਤੁਸੀਂ ਵੀ। ਹੁਣ ਰਾਤ ਉਹਨੇ ਇੰਟਰਵਿਊ 'ਚ ਕਹਿਤਾ ਮੈਂ ਸਾਰਾ ਕੁਝ ਲਗਾਈ ਬੈਠੀ ਹਾਂ, ਫਿਰ ਉਹ ਦਿਖਾਉਂਦੀ, ਇੰਟਰਵਿਊ ਵਾਲਿਆਂ ਨੂੰ ਸਾਫ਼ ਦਿਖਾਉਂਦੀ ਕੋਈ ਜੋ ਵੀ ਪੇਪਰ ਉਹਨੇ ਵਰਕ ਕੀਤਾ ਦਿਖਾਉਂਦੀ। ਬਲਕਿ ਉਹ ਕਹਿ ਰਹੀ ਹੈਗੀ ਵੀ ਮੈਂ ਵਕੀਲ ਕੋਲੇ ਗਈ, ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਖੁਦ ਗਏ, ਕਹਿੰਦੀ ਨਹੀਂ ਜੀ ਮੈਂ ਫੋਨ ਤੇ ਗੱਲ ਕੀਤੀ। ਉਹ ਕਹਿੰਦੇ ਤੁਸੀਂ ਕੋਈ ਡਾਕੂਮੈਂਟ ਲੈ ਕੇ ਗਏ ਵਕੀਲ ਕੋਲੇ, ਕਹਿੰਦੀ ਨਹੀਂ ਜੀ ਮੈਂ ਵੈਸੇ ਹੀ ਫੋਨ ਤੇ ਪੁੱਛ ਲਿਆ। ਉਹ ਕਹਿੰਦੇ ਤੁਹਾਨੂੰ ਵੀ ਜੌਬ ਚਾਹੀਦੀ ਆ, ਇਸ ਤੋਂ ਬਾਅਦ ਤੁਹਾਡੀ ਫਾਈਲ ਲੱਗੂਗੀ। ਚਲੋ ਆਪਾਂ ਫੋਨ ਤੇ ਜਿਹਨੂੰ ਮਰਜ਼ੀ ਪੁੱਛ ਲਈਏ, ਹੁਣ ਆਪਣਾ ਕਿਹੜਾ ਕੋਈ ਜਾਣਾਗਾ। ਜੇ ਆਪਾਂ ਨੂੰ ਕੋਈ ਪਰਸਨਲ ਕਿਸੇ ਦੀ ਖਿੱਚ ਹੁੰਦੀ ਆ, ਆਪਾਂ ਇੱਕ ਨਹੀਂ ਦੋ ਕੋਲੇ ਜਾਂਦੇ ਆ, ਦੋ ਨਹੀਂ ਤਿੰਨ ਕੋਲੇ ਜਾਂਦੇ ਆ। ਆਪਾਂ ਨੂੰ ਇਹ ਹੁੰਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਪਰਿਵਾਰ ਬੁਲਾ ਲਈਏ, ਪਰ ਨਹੀਂ, ਉਹਨੇ ਇੱਕ ਵਾਰੀ ਕਹਿਤਾ, ਉਹ ਵੀ ਸਾਨੂੰ ਕੋਈ ਯਕੀਨ ਨਹੀਂ ਵੀ ਕੀਤਾ ਜਾਂ ਨਹੀਂ ਕੀਤਾ। ਕਹਿ ਰਹੀ ਆ ਜੌਬ, ਕੀ ਪਤਾ ਜੀ ਕਿਹਦੇ ਰਿਲੇਟਡ ਜੌਬ ਆ, ਸਾਨੂੰ ਤਾਂ ਕੋਈ ਪਤਾ ਨਹੀਂ ਇਹ ਗੱਲ ਬਾਰੇ। ਉਹ ਗੱਲਾਂ ਤੁਹਾਨੂੰ ਸ਼ੱਕੀ ਜਾਪਦੀਆਂ ਨੇ, ਉਹ ਸੱਚ ਨਹੀਂ ਹੈਗਾ। ਸਾਨੂੰ ਤਾਂ ਜੀ ਕੋਈ ਸਬੂਤ ਹੀ ਨਹੀਂ ਹੈਗਾ ਇਹ ਗੱਲ ਦਾ ਵੀ ਉਹ ਵਕੀਲ ਕੋਲੇ ਉਹਨੇ ਫੋਨ ਕੀਤਾ ਜਾਂ ਨਹੀਂ ਕੀਤਾ, ਸਾਨੂੰ ਕਿਹੜਾ ਦੱਸਿਆ ਉਹਨੇ। ਤਾਂ ਆਖਿਰ ਉਹਦੇ ਮਨ 'ਚ ਕੀ ਸੀ? ਜਿੱਦਾਂ ਤੁਹਾਡੀ ਵਾਈਫ ਨਨਾਣ ਭਰਜਾਈ ਦਾ ਰਿਸ਼ਤਾ ਵੀ ਕਾਫੀ ਗੂੜਾ ਹੁੰਦਾ, ਜਿਹੜੀਆਂ ਗੱਲਾਂ ਘਰ ਵਾਲੇ ਨਾਲ ਵੀ ਨਹੀਂ ਕੀਤੀਆਂ ਜਾਂਦੀਆਂ, ਨਨਾਣ ਭਰਜਾਈ ਆਪਸ 'ਚ ਸਾਂਝੀਆਂ ਕਰ ਲੈਂਦੀਆਂ। ਤਾਂ ਕਦੇ ਤੁਹਾਡੀ ਵਾਈਫ ਨੂੰ ਨਹੀਂ ਦੱਸਿਆ ਉਹਨੇ ਵੀ ਇਸ ਤਰ੍ਹਾਂ ਹੀ ਮੇਰੇ ਨਾਲ ਲੜਦਾ ਹੈ ਜਾਂ ਮੇਰੇ ਤੋਂ ਪੈਸੇ ਮੰਗਦਾ? ਹੁਣ ਉਹ ਕਹਿ ਰਹੇ ਆ ਵੀ ਉਹ ਨਸ਼ਾ ਕਰਦਾ ਸੀ, ਚਿੱਟਾ ਵਗੈਰਾ ਲੈਂਦਾ ਸੀ ਔਰ ਮੇਰੇ ਤੋਂ ਪੈਸੇ ਮੰਗਦਾ ਸੀ, ਮੈਨੂੰ ਗਾਲਾਂ ਕੱਢ ਕੇ। ਕਦੇ ਉਹਨਾਂ ਨੂੰ ਦੱਸਿਆ ਹੋਵੇ ਵੀ ਅਸੀਂ ਆਪਸ 'ਚ ਮਿਸਅੰਡਰਸਟੈਂਡਿੰਗ ਹੋ ਗਈ ਸਾਡੀ? ਨਹੀਂ ਜੀ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਮੰਨ ਲਓ ਤੁਸੀਂ ਵੀ ਤੁਹਾਡਾ ਵੀ ਪਰਿਵਾਰ ਆ, ਤੁਸੀਂ ਕੋਈ ਨਸ਼ਾ ਕਰਦੇ ਹੋ, ਤੁਹਾਡੀ ਵਾਈਫ ਤੁਹਾਡੇ ਸਹੁਰਾ ਘਰ ਦੱਸੂਗੀ, ਆਪਦੇ ਪੇਕਿਆਂ ਨੂੰ ਦੱਸੂਗੀ? ਇਹੋ ਜੀ ਕਿਹੜੀ ਲੇਡੀ ਆ ਜਿਹੜੀ ਆਪਦਾ ਵੀ ਆਪ ਪਰਿਵਾਰ ਖਰਾਬ ਕਰੂਗੀ, ਉਹਨੂੰ ਐਂ ਕਹੇ ਵੀ ਹਾਂ ਆਪਦਾ ਲੁਕੋ ਰੱਖੂ ਘਰ ਵਾਲੇ ਦਾ? ਆਪਾਂ ਸਿੱਧੀ ਗੱਲ ਕਰਦੇ ਹਾਂ। ਦੇਖੋ ਕਿਸੇ ਦੀ ਕੋਈ ਹਸਬੈਂਡ ਕੋਈ ਗਲਤੀ ਕਰਦਾ, ਅਗਲੀ ਆਪਦੇ ਪੇਕਿਆਂ ਤੱਕ ਅਪਰੋਚ ਕਰਦੀ ਆ, ਸਹੁਰੇ ਪਰਿਵਾਰ ਨੂੰ ਦੱਸਦੀ ਆ, ਬਲਕਿ ਇਹਦਾ ਚਿੱਟੇ ਦਾ ਇਲਜ਼ਾਮ ਆ। ਚਿੱਟੇ ਵਾਲੀਆਂ ਕੁੜੀਆਂ ਦਾ 1 ਮਿੰਟ ਨਹੀਂ ਰਹਿੰਦੀਆਂ ਸਹੁਰੇ ਘਰੇ। ਉਹ ਕਹਿੰਦੀਆਂ ਨੇ ਵੀ ਜਾਂ ਤਾਂ ਮੁੰਡਾ ਨਸ਼ੇ ਹੀ ਕਰੂਗਾ ਜਾਂ ਮੈਂ ਇੱਥੇ ਰਹੂੰਗੀ, ਵੀ ਇੱਕ ਕੰਮ ਹੋਊਗਾ। ਆਪਦੇ ਸਹੁਰਿਆਂ ਨੂੰ ਦੱਸਦੀ, ਪੇਕਿਆਂ ਨੂੰ ਦੱਸਦੀ, ਉਹ ਸਾਡੇ ਕੋਲੇ ਆਉਂਦੇ ਸਾਨੂੰ ਕਹਿੰਦੇ, ਅਸੀਂ ਖੁਦ ਕਹਿੰਦੇ ਆ ਵੀ ਸਾਨੂੰ ਕਹਿੰਦੇ ਉਹ ਵੀ ਤੁਹਾਡਾ ਮੁੰਡਾ ਪੈਸੇ ਮੰਗ ਰਿਹਾ ਕੁੜੀ ਤੋਂ, ਚਿੱਟਾ ਲਾਉਂਦਾ, ਇਹਨੂੰ ਰੋਕੋ, ਇਹਨੂੰ ਸੁਧਾਰੋ, ਸਾਡਾ ਜਵਾਈ ਆ, ਕੱਲ ਨੂੰ ਕੁਛ ਇਹਨੂੰ ਹੋ ਗਿਆ ਸਾਡਾ ਘਰ ਪੱਟਿਆ ਜਾਊ ਜਾਂ ਸਾਡੀ ਲੜਕੀ ਨੂੰ। ਸਾਨੂੰ ਉਹਨੇ ਇੱਕ ਦਿਨ ਹੀ ਕਹੀ ਇਹ ਗੱਲ ਵੀ ਲਵਪ੍ਰੀਤ ਸਾਤੋਂ ਪੈਸੇ ਮੰਗਾ ਰਿਹਾ। ਤਾਂ ਤੁਹਾਨੂੰ ਲੱਗਦਾ ਵੀ ਇਹ ਗੱਲਾਂ ਜਿਹੜੀਆਂ ਹੁਣ ਉਹ ਕਹਿ ਰਹੀ ਹੈ ਤਾਂ ਇਹ ਗੱਲਾਂ ਬੇਬੁਨਿਆਦ ਨੇ? ਨਹੀਂ ਕਹਿ ਰਹੀ ਹੈ, ਚਲੋ ਸਬੂਤ ਦੇ ਦੇਵੇ। ਵੈਸਟਰਨ ਯੂਨੀਅਨ ਕੀਤੇ ਹੋਣਗੇ, ਅਕਾਊਂਟ ਸਾਡੇ ਕੋਲੇ ਲਵਪ੍ਰੀਤ ਦਾ, ਅਸੀਂ ਸਟੇਟਮੈਂਟ ਵੀ ਦੇ ਦਾਂਗੇ, ਕੋਈ ਪ੍ਰੂਫ ਆ ਦੇ ਦੇਵੇ। ਉਹਨੇ ਅਕਾਊਂਟ 'ਚ ਭੇਜਣੇ ਵੈਸਟਰਨ ਯੂਨੀਅਨ, ਦੋ ਹੀ ਆਪਸ਼ਨ ਨੇ ਨਾ ਆਪਣੇ ਕੋਲੇ, ਕਿਸੇ ਦੇ ਹੱਥੀ ਤਾਂ ਭੇਜ ਨਹੀਂ ਸਕਦੇ। ਜੇ ਆਪਾਂ ਕਹੀਏ ਕਿਸੇ ਦੇ ਹੱਥੀ ਤਾਂ ਪੈਸੇ ਆ ਨਹੀਂ ਸਕਦੇ। ਬਾਕੀ ਲੋਕਡਾਊਨ ਆ, ਲੋਕਡਾਊਨ 'ਚ ਪੈਸੇ ਮੰਗਦਾ ਸੀ, ਫਿਰ ਕਿਸੇ ਨਾ ਕਿਸੇ ਜਰੀਏ ਤਾਂ ਪਾਈ ਹੋਣਗੇ ਉਹਨੇ, ਸਾਨੂੰ ਸਬੂਤ ਦੇ ਦੇਵੇ, ਅਸੀਂ ਮੰਨ ਲਾਂਗੇ। ਤਾਂ ਲਵਪ੍ਰੀਤ ਦਾ ਪਰਿਵਾਰ ਜਿਹੜਾ ਇਸ ਵਕਤ, ਪਹਿਲਾਂ ਤਾਂ ਆਪਣੇ ਪੁੱਤ ਦੇ ਉਸ ਜਿਹੜਾ ਕਿ ਦਰਦ ਦੇ ਵਿੱਚ ਸੀ ਵੀ ਇਹ ਭਾਈ ਇਹਦੀ ਘਰ ਵਾਲੀ ਕੈਨੇਡਾ ਚਲ ਗਈ ਸੀ, ਉਹਨੇ ਇਹਨੂੰ ਉਧਰ ਬੁਲਾਇਆ ਨਹੀਂ। ਕਈ ਸਾਲ ਜਿਹੜੇ ਆ 2 ਸਾਲ ਤੋਂ ਵੱਧ ਲਗਭਗ ਸਮਾਂ ਜਿਹੜਾ ਉਹ ਕਹਿ ਸਕਦੇ ਆ ਉਹ ਹੋ ਗਿਆ। ਮੁੰਡਾ ਕਹਿੰਦਾ ਸੀ ਮੈਨੂੰ ਬੁਲਾ ਲਾ, ਮੈਨੂੰ ਫੋਨ ਹੀ ਭੇਜਦੇ। ਅਸੀਂ ਬਹੁਤ ਸਾਰੇ ਮੀਡੀਆ 'ਚ ਗੱਲਾਂ ਸੁਣੀਆਂ, ਉਹ ਕਹਿੰਦੇ ਵੀ ਮੈਨੂੰ ਡਾਲਰ ਵਿਖਾ ਹੀ ਦੇ, ਇੱਥੋਂ ਤੱਕ ਵੀ ਗੱਲਾਂ ਹੁੰਦੀਆਂ ਰਹੀਆਂ। ਕਿਉਂਕਿ ਨਿਆਣੀ ਉਮਰ ਸੀ, ਕੈਨੇਡਾ ਦਾ ਬਹੁਤ ਚਾਹ ਹੁੰਦਾ ਜਿਹੜੇ ਨੌਜਵਾਨ ਹੈ, ਕਿਉਂਕਿ ਇੱਕ ਬੜਾ ਕਲਚਰ ਚੱਲ ਪਿਆ ਨਾ, ਕੈਨੇਡਾ ਜਾਓ, ਕੁੜੀਆਂ ਮੁੰਡੇ ਜਾਓ ਕੈਨੇਡਾ ਜਾਓ, ਤਾਂ ਉਹਦੇ ਪਿੱਛੇ ਇੰਨਾ ਉਹ ਪ੍ਰਭਾਵਿਤ ਸੀ। ਤਾਂ ਉਹ ਕਹਿੰਦੇ ਵੀ ਡਾਲਰਾਂ ਦੀ ਫੋਟੋ ਤੱਕ ਨਹੀਂ ਸੀ ਵਿਖਾਉਂਦੀ। ਤਾਂ ਹੁਣ ਜਿਹੜੇ ਇਲਜ਼ਾਮ ਲਾਏ ਵੀ ਉਹਨੇ ਪੈਸੇ ਭੇਜਿਆ, ਤਾਂ ਉਹਨਾਂ ਦਾ ਜਵਾਬ ਵੀ ਜਿਹੜਾ ਪਰਿਵਾਰ ਦੇ ਰਿਹਾ ਜੀ। ਆ ਦੇਖੋ, ਆ ਸਕਰੀਨਸ਼ਾਟ ਲੈ ਵੀਰੇ, ਜਿਹੜਾ ਥੰਬਸ ਅਪ ਵਾਲਾ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ, ਆ ਦੇਖੋ, ਬਸ ਸ਼ਾਟ ਲੈ ਲਓ। ਠੀਕ ਹੈ, ਹਾਂਜੀ। ਇੰਚ ਲਿਖਿਆ ਤੁਸੀਂ ਖੁਦ ਪੜ੍ਹ ਦਿਓ, ਚਲੋ ਚੰਗਾ ਲੱਗੂਗਾ। ਤਾਂ ਇੰਚ ਲਿਖਿਆ ਹੋਇਆ, ਜੇ ਚੰਗਾ ਹੁੰਦਾ ਐਡੀ ਥਾਣਾ ਤਾਂ ਚੰਗਾ ਸੀ, ਕਹਿ ਸਕਦੇ ਸੀ। ਨਾਲੇ ਇੱਕ ਗੱਲ ਹੋਰ, ਮੈਂ ਤਾਂ ਜ਼ਿੰਦਗੀ ਨੂੰ ਹਾਰ ਚੁੱਕਿਆ, ਮੈਂ ਤਾਂ ਬਸ ਕੈਨੇਡਾ ਵਾਲਾ ਸੁਣ ਰਿਹਾ। ਮੈਨੂੰ ਇੱਕ ਗੱਲ ਪਤਾ, ਜਦੋਂ ਵੀ ਕਰਨਾ ਹੋਊ ਸੁਸਾਈਡ ਕਰਨਾ ਪਊ, ਗਰੰਟੀ ਆ। ਹੋਰ ਕੁਛ ਬਣਨਾ ਨਹੀਂ ਪਤਾ ਮੈਨੂੰ, ਜਿਵੇਂ ਤੁਸੀਂ ਸੋਚਦੇ ਹੋ ਉਹ ਤਾਂ ਪਤਾ ਮੈਨੂੰ ਕੀ ਬਣੂ ਮੇਰਾ। ਔਰ ਉਸ ਤੋਂ ਬਾਅਦ 5 ਨਵੰਬਰ 2020 ਦੀ ਚੈਟ ਹੈ, ਔਰ ਉਸ ਤੋਂ ਬਾਅਦ ਉਹਨੇ ਜਿਹੜੇ ਹੈ ਅੰਗੂਠੇ ਵਿਖਾਏ ਵੀ ਹਾਂ, ਜਿਵੇਂ ਅਸੀਂ ਕਹਿੰਦੇ ਨੇ ਵੀ ਓਕੇ। ਤਾਂ ਇਹ ਜਿਹੜੀ ਗੱਲ ਆ, ਤਾਂ ਚੈਟ ਜਿਹੜੀ ਆ ਉਹ ਲਵਪ੍ਰੀਤ ਦੀ ਜਿਹੜੀ ਆ ਉਹ ਸਾਹਮਣੇ ਰੱਖੀ ਜਾ ਰਹੀ ਹੈ। ਤਾਂ ਆਕਾਸ਼, ਕਈ ਵਾਰੀ ਇਹ ਗੱਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਈ ਵਾਰੀ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਦੋਸਤ ਮਿੱਤਰ ਨਾਲ ਜਾਂ ਕਿਸੇ ਖਾਸ ਨਾਲ ਸਾਂਝੀਆਂ ਕਰ ਲੈਂਦਾ, ਉਹਨੇ ਕਿਹਦੇ ਨਾਲ ਸਾਂਝੀਆਂ ਨਹੀਂ ਸੀ ਕੀਤੀਆਂ ਲਵਪ੍ਰੀਤ? ਉਹਨੇ ਚੈਟ 'ਚ ਵੀ ਇਹ ਗੱਲ ਲਿਖਿਆ, ਕਹਿੰਦਾ ਵੀ ਮੈਂ ਕਿਸੇ ਨਾਲ ਗੱਲ ਸ਼ੇਅਰ ਕਰਦਾ ਤਾਂ ਆਪਣੇ ਦੋਨੇ ਘਰਾਂ ਦੀ ਬਦਨਾਮੀ ਹੋਊਗੀ, ਵੀ ਮੈਂ ਨਹੀਂ ਚਾਹੁੰਦਾ ਵੀ ਆਪਣੇ ਦੋਨੇ ਘਰਾਂ ਦੀ ਬਦਨਾਮੀ ਹੋਵੇ ਜਾਂ ਖਲਾਰਾ ਪਵੇ, ਵੀ ਇਹ ਗੱਲ ਤਾਂ ਤੂੰ ਸ਼ਾਰਟ ਆਊਟ ਕੱਢ ਲੈ, ਜਿਵੇਂ ਮਰਜ਼ੀ ਕਰ ਲੈ, ਮੈਨੂੰ ਲੈ ਜਾ, ਠੀਕ ਹੈ, ਇੱਥੇ ਲੈ ਜਾ, ਜੇ ਤੇਰੀ ਕਿਸੇ ਨਾਲ ਗੱਲਬਾਤ ਹੈ ਕਿ ਮੈਂ ਵਿੱਚ ਨਹੀਂ ਆਊਂਗਾ।
ਇਹ ਕਲੀਅਰ ਸਾਰੇ ਚੈੱਟ 'ਚ ਲਿਖਿਆ ਪਿਆ ਵੀਰੇ ਉਹਦਾ। ਇਹ ਵੀ ਗੱਲ ਕਹਿਤੀ ਸੀ ਵੀ ਜੇ ਤੂੰ ਮੈਨੂੰ ਨਹੀਂ ਮੈਨੂੰ ਇੱਕ ਵਾਰੀ ਉੱਥੇ ਲੈ ਜਾ। ਹਾਂ, ਇੱਕ ਵਾਰ ਮੈਨੂੰ ਕੈਨੇਡਾ ਲੈ ਜਾ, ਜੇ ਤੇਰੀ ਕਿਸੇ ਨਾਲ ਕੋਈ ਗੱਲਬਾਤ ਹੈਗੀ ਹੈ ਮੈਂ ਤੇਰੇ ਤੁਹਾਡੇ ਦੋਨਾਂ ਦੇ ਵਿੱਚ ਇੰਟਰਫੇਅਰ ਕਰੂੰਗਾ ਨਹੀਂ। ਇਹ ਚੈਟ 'ਚ ਪਿਆ। ਲਵਪ੍ਰੀਤ ਦੇ ਭੂਆ ਜੀ ਜਿਹੜੇ ਉਹ ਵੀ ਇੱਥੇ ਮੌਜੂਦ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਿੰਡਾਂ ਦੇ ਵਿੱਚੋਂ ਹੀ ਲਵਪ੍ਰੀਤ ਆ, ਪਿੰਡਾਂ 'ਚੋਂ ਹੀ ਜਿਹੜੀ ਬੇਅੰਤ ਕੌਰ ਆ, ਤਾਂ ਜਿਹੜੀ ਹੁਣ ਸਿਚੁਏਸ਼ਨ ਆ, ਤੁਹਾਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਕੈਨੇਡਾ ਦੀ ਤਮਕ ਝਮਕ ਪਿੱਛੇ ਜਾਂ ਉੱਥੇ ਕੋਈ ਹੋਰ ਵੀ ਕਾਰਨ ਹੋਣਗੇ, ਉਹਦੇ ਪਿੱਛੇ ਸੰਸਕਾਰ ਵੀ ਮਿੱਟੀ ਹੋ ਰਹੇ ਆ, ਉਹ ਰਿਸ਼ਤਾ ਵੀ ਮਿੱਟੀ ਹੋ ਰਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬਣਿਆ ਸੀ, ਔਰ ਆਖਰ ਨੂੰ ਉਹ ਪਤੀ ਜਿਹੜਾ ਜਿਹਨੇ ਆਨੰਦ ਘਰ 4 ਲਾਵਾਂ ਲਾਈਆਂ ਵੀ ਮੇਰੀ ਪਤਨੀ ਆ, ਉਸ ਤੋਂ ਬਾਅਦ ਚਲੋ ਸਾਰਾ ਜਿਹੜਾ ਗ੍ਰਸਤੀ ਜੀਵਨ ਅਸੀਂ ਬਤੀਤ ਕਰਾਂਗੇ, ਔਰ ਅੰਤ ਨੂੰ ਲਵਪ੍ਰੀਤ ਜਿਹੜਾ ਉਹਨੂੰ ਤਰਸਦਾ ਔਰ ਉਸ ਮੁਲਕ ਨੂੰ ਤਰਸਦਾ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡੇ ਕੋਲ ਤਾਂ ਜੀ ਕੋਈ ਉਹਨਾਂ ਨੇ ਗੱਲ ਹੀ ਨਹੀਂ ਕਰੀ ਹੈਗੀ ਵੀ ਮੇਰੇ ਮੰਮੀ ਡੈਡੀ ਵੀ ਟੈਨਸ਼ਨ 'ਚ ਵੀ ਉਹ ਨਾ ਹੋ ਜਾਣਾ, ਵੀ ਕੋਈ ਗੱਲ ਉਹਨਾਂ ਨੇ ਸਾਡੇ ਕੋਲ ਸਬੂਤ ਕਰੀ ਵੀ ਨਹੀਂ ਹੈਗੀ। ਵੀ ਜੇ ਮੈਂ ਦੱਸਤਾ ਵੀ ਮੈਨੂੰ ਮੇਰੇ ਨਾਲ ਬੇਅੰਤ ਗੱਲ ਨਹੀਂ ਕਰਦੀ, ਵੀ ਮੇਰੇ ਮੰਮੀ ਡੈਡੀ ਟੈਨਸ਼ਨ 'ਚ। ਇਸੇ ਕਰਕੇ ਉਹਨਾਂ ਦੱਸੀ ਨਾ ਗੱਲ, ਤੇ ਮਨ 'ਚ ਹੀ ਰੱਖਿਆ ਉਹ ਜੀ, ਮਨ 'ਚ ਹੀ ਲੈ ਗਿਆ। ਜੇ ਕਿਤੇ ਸਾਂਝੀ ਕਰ ਲੈਂਦਾ ਤੇ ਸ਼ਾਇਦ ਤੁਸੀਂ ਵੀ ਸਹੁਰਾ ਪਰਿਵਾਰ ਨੂੰ ਕਹਿੰਦੇ ਘੁੰਮਦੇ ਭਾਈ ਇਸ ਤਰ੍ਹਾਂ। ਹਾਂ, ਸਾਡੇ ਕੋਲ ਹੀ ਗੱਲ ਕਰ ਲੈਂਦਾ। ਮੇਰੇ 2 ਬੇਟੇ ਨੇ ਜੀ, ਵੀ ਮੈਂ ਭੂਆ ਜੀ ਆ, ਵੀ ਮੇਰੇ ਕੋਲ ਵੀ ਨਹੀਂ ਕੋਈ ਉਹਨਾਂ ਨੇ ਗੱਲ ਕਰੀ ਹੈਗੀ। ਤਾਂ ਤੁਸੀਂ ਹੁਣ ਕੀ ਮੰਗ ਪ੍ਰਸ਼ਾਸਨ ਤੋਂ ਜਾਂ ਸਹੁਰਾ ਪਰਿਵਾਰ ਤੋਂ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੈਗਾ? ਵੀ ਮੈਂ ਤਾਂ ਪਹਿਲਾਂ ਵੀ ਕਿਹਾ ਵੀ ਉਹਨਾਂ ਨੇ ਜਵਾਈ ਨੂੰ ਪੁੱਤ ਬਣਾਇਆ ਹੋਣਾ, ਤੁਸੀਂ ਵੀ ਨੂੰਹ ਨੂੰ ਧੀ ਬਣਾਇਆ, ਤਾਂ ਉਹਨਾਂ ਨੂੰ ਇਹ ਗੱਲਾਂ ਮਹਿਸੂਸ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ? ਉਹ ਤਾਂ ਉਲਟਾ ਕਹਿ ਰਹੇ ਵੀ ਲਵਪ੍ਰੀਤ ਚਿੱਟਾ ਖਾਂਦਾ ਸੀ, ਚਿੱਟੇ ਦਾ ਸੇਵਨ ਕਰਦਾ ਸੀ, ਤਾਂ ਸਾਡੀ ਕੁੜੀ ਤੋਂ ਪੈਸੇ ਮੰਗਦਾ ਸੀ, ਉਹ ਇਲਜ਼ਾਮ ਲਾ ਰਹੇ ਇਹਦੇ ਤੇ। ਉਹਨਾਂ ਦੀ ਕੁੜੀ ਨੇ ਕਦੇ ਕੋਈ ਸਾਡੇ ਬੇਟੇ ਨੂੰ ਕੋਈ ਚੀਜ਼ ਤੋਰੀ ਹੋਵੇ ਉਹ ਦੱਸਣ ਸਾਨੂੰ। ਪੈਸੇ ਤਾਂ ਪੈਸੇ, ਕੋਈ ਟੀ-ਸ਼ਰਟ ਵਗੈਰਾ ਵੀ ਨਹੀਂ ਤੋਰੀ ਹੈਗੀ ਉਹਨਾਂ ਨੇ। ਬਹੁਤ ਕਹਿਣਾ ਸੀ ਵੀ ਮੈਨੂੰ ਪੈਸੇ ਤੋਰ ਦੇ, ਮੈਨੂੰ ਮੋਬਾਈਲ ਤੋਰ ਦੇ, ਕੋਈ ਚੀਜ਼ ਨਹੀਂ ਉਹਨਾਂ ਨੇ ਉਹ ਕਰੀ ਹੈਗੀ। ਬਸ ਜਿਵੇਂ ਮੇਰਾ ਕੁਛ ਲੱਗਦੀ ਨਹੀਂ ਹੁੰਦਾ ਐਂ ਸੋਚਿਆ ਉਹਨੇ ਬਸ। ਬਿਲਕੁਲ, ਤਾਂ ਅਸੀਂ ਸਹਿਜ ਭਾਈ ਸੋਚ ਸਕਦੇ ਹਾਂ, ਸਾਡੇ ਦੋਸਤ ਮਿੱਤਰ ਵੀ ਕੋਈ ਬਾਹਰ ਵਿਦੇਸ਼ ਚੱਲ ਜਾਣ ਤੇ ਉਹਨਾਂ ਨੂੰ ਅਸੀਂ ਕਹੀਏ ਵੀ ਕੋਈ ਚੀਜ਼ ਭੇਜ ਦੇ ਯਾਰ, ਉਹ ਭੇਜ ਦਿੰਦੇ ਆ। ਤਾਂ ਇੱਕ ਪਤਨੀ ਜਿਹੜੀ ਗਈ ਆ ਔਰ ਉਹ ਵੀ ਸਾਰਾ ਖਰਚਾ ਵੀ ਜਦੋਂ ਪਤੀ ਪਰਿਵਾਰ ਨੇ ਕੀਤਾ, ਖੈਰ ਇਹ ਕੋਈ ਮਾਇਨੇ ਨਹੀਂ ਰਹਿ ਜਾਂਦੇ ਵੀ ਪਰਿਵਾਰ ਕਿਹੜੇ ਨੇ ਕੀਤਾ, ਜਦੋਂ ਉਹਨਾਂ ਨੇ ਧੀ ਨੂੰਹ ਬਣਾ ਲਈ, ਕਿਉਂਕਿ ਪਰਿਵਾਰ ਬਣ ਗਿਆ ਇੱਕ ਆਪਦੀ ਨੂੰਹ ਵਾਸਤੇ ਜਿਹੜਾ ਖਰਚਾ ਕੀਤਾ। ਤਾਂ ਤੁਹਾਨੂੰ ਕਿਵੇਂ ਲੱਗਦਾ ਜੀ, ਜਿੱਦਾਂ ਮੈਂ ਗੱਲ ਕੀਤੀ ਵੀ ਦੋਸਤ ਮਿੱਤਰ ਵੀ ਕੋਈ ਬਾਹਰ ਗਿਆ ਹੋਇਆ, ਆਪਾਂ ਕਹੀਏ ਯਾਰ ਕੋਈ ਚੀਜ਼ ਭੇਜ ਦੇ, ਉਹ ਔਖਾ ਸੌਖਾ ਹੋ ਕੇ ਵੀ ਭੇਜ ਦਿੰਦਾ, ਔਰ ਪਤਨੀ ਵਾਸਤੇ ਪਤੀ ਤੋਂ ਵੱਧ ਕੀ ਹੁੰਦਾ? ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੋਣ ਭਲਾ, ਜਿੱਦਾਂ ਮਾਤਾ ਜੀ ਨੇ ਕਿਹਾ ਕੋਈ ਇੱਕ ਨਿਸ਼ਾਨੀ ਟੀ-ਸ਼ਰਟ ਤੱਕ ਨਹੀਂ ਭੇਜੀ, ਉਹਦਾ ਕਾਰਨ ਕੀ ਹੋਊਗਾ? ਵੀ ਉਹਦੇ ਕੋਲ ਉੱਥੇ ਤੰਗੀ ਤਰੁੱਟੀ ਹੋਊਗੀ ਜਾਂ ਜਿਵੇਂ ਨਿਰਮੋਹ ਜਿਹਾ ਹੋਊਗਾ ਕੰਮ, ਉਹਦਾ ਕੀ ਕਾਰਨ ਹੋ ਸਕਦਾ? ਦੇਖੋ ਜੀ, ਜੇ ਤਾਂ ਉਹਨੇ ਰਿਸ਼ਤਾ ਰੱਖਣਾ ਹੁੰਦਾ ਫਿਰ ਤਾਂ ਉਹ ਕੁਝ ਲੈ ਕੇ ਆਉਂਦੀ, ਜਾਂ ਉਹਦੇ ਮਨ 'ਚ ਕੁਝ ਹੁੰਦਾ। ਦੇਖੋ ਮੈਰਿਜ ਤੇ ਆਈ ਆ, ਉਹ ਮੈਰਿਜ ਤੇ ਆਈ ਆ, ਆਪਦੇ ਪਤੀ ਲਈ ਇੱਕ ਚੀਜ਼ ਵੀ ਨਹੀਂ ਲੈ ਕੇ ਆਈ। ਚਲੋ ਅਸੀਂ ਨਹੀਂ ਕਹਿੰਦੇ ਸਾਡੇ ਪਰਿਵਾਰ ਨੂੰ ਲੈ ਕੇ ਆਉਂਦੀ, ਆਪਦੇ ਹਸਬੈਂਡ ਲਈ ਤਾਂ ਕੁਝ ਲਿਆਉਂਦੀ। ਉਹਨੇ ਚੈਟ ਦੇ ਵਿੱਚ ਲਿਖਿਆ ਹੋਇਆ, ਤੁਹਾਨੂੰ ਚੈਟ ਪੜਾਵਾਂਗੇ, ਕਹਿੰਦਾ ਵੀ ਤੂੰ ਖੁੱਡੀ ਵਾਲਿਆਂ ਲਈ ਲੈ ਕੇ ਆਈ, ਹਨੀ ਆਪਦੀ ਮੰਮੀ ਲਈ ਲੈ ਕੇ ਆਈ ਚੀਜ਼, ਮੈਂ ਕੁਝ ਨਹੀਂ ਬੋਲਿਆ। ਤੂੰ ਧਨੌਲੇ ਵਾਲਿਆਂ ਲਈ ਕੁਝ ਨਹੀਂ ਲੈ ਕੇ ਆਇਆ, ਕਹਿੰਦੀ ਮੈਂ ਤਾਂ ਵੀ ਨਹੀਂ ਬੋਲਿਆ। ਕਹਿੰਦਾ ਹੁਣ ਮੈਂ ਯਾਰਾਂ ਦੋਸਤਾਂ ਨੂੰ ਕੀ ਦੱਸਾਂ ਵੀ ਭਾਬੀ ਮੇਰੀ ਕੀ, ਤੁਹਾਡੀ ਭਾਬੀ ਮੇਰੇ ਲਈ ਕੀ ਲੈ ਕੇ ਆਈ ਆ। ਚੈਟ ਦੇ ਵਿੱਚ ਉਹਨੂੰ ਮੈਸੇਜ ਲਿਖਿਆ, ਕਹਿੰਦਾ ਮੈਂ ਤਾਂ ਵੀ ਚੁੱਪ ਰਿਹਾ, ਚਲੋ ਮੈਂ ਬੋਲਿਆ ਨਹੀਂ। ਕਹਿੰਦਾ ਪਰ ਮੈਨੂੰ ਮੁੰਡੇ ਪੁੱਛਦੇ ਨੇ ਵੀ ਮੈਂ ਹੁਣ ਕਹਿੰਦਾ ਉਹਨਾਂ ਨੂੰ ਕੀ ਜਵਾਬ ਦੇਵਾਂ ਵੀ ਤੁਹਾਡੀ ਭਾਬੀ ਮੇਰੇ ਲਈ ਕੀ ਲੈ ਕੇ ਆਈ ਆ ਬਾਹਰੋਂ। ਤਾਂ ਇਹਦਾ ਮਤਲਬ ਪਹਿਲਾਂ ਤੋਂ ਲੈ ਕੇ ਮਤਲਬ ਜਦੋਂ ਇਹ ਰਿਸ਼ਤੇ ਦੀ ਨੀਂਹ ਵੱਜੀ ਉਦੋਂ ਹੀ ਕੀ ਬਹੁਤੀ ਆਪਸੀ ਜਿਹੜੀ ਆ ਕੋਈ ਸਾਂਝ ਬਹੁਤੀ ਗੂੜੀ ਨਹੀਂ ਸੀਗੀ? ਦੇਖੋ ਜੀ, ਜਦੋਂ ਉਹ ਇੱਥੋਂ ਚਲੀ ਗਈ ਪਹਿਲਾਂ ਠੀਕ ਸੀ, ਸਭ ਕੁਝ ਠੀਕ ਸੀਗਾ। ਜਦੋਂ ਚਲੀ ਗਈ ਇਸ ਤੋਂ ਬਾਅਦ ਹੀ ਉਹਨਾਂ ਦਾ ਉੱਧਰ ਜਾ ਕੇ ਕੁਝ ਕਹਿ ਨਹੀਂ ਸਕਦੇ, ਜਿੱਦਾਂ ਕਹਿ ਰਹੇ ਨੇ ਵੀ ਮੁੰਡੇ ਨਾਲ ਚਲੋ ਕੋਈ ਹੋ ਗਈ ਹੋ ਗੱਲਬਾਤ ਸਾਨੂੰ, ਪਰ ਉਹ ਦੱਸਦਾ ਜੀ ਵਿਆਹ ਵੇਲੇ ਵੀ ਸਾਨੂੰ ਕਹਿੰਦੇ ਵੀ ਦੇਖੋ ਜੀ ਮੈਂ ਰਿਸ਼ਤਾ ਨਹੀਂ ਕਰਨਾ ਜਾਂ ਮੈਂ ਤਾਂ ਕਿਤੇ ਹੋਰ ਕਰਨਾ। ਸਾਨੂੰ ਕੋਈ ਦੁੱਖ ਨਹੀਂ ਸੀ, ਅਸੀਂ ਚੁੱਪ ਕਰਕੇ ਰਿਸ਼ਤਾ ਤੋੜ ਦਿੰਦੇ, ਕਿਤੇ ਹੋਰ ਕਰ ਲੈਂਦੇ। ਮੈਰਿਜ ਤਾਂ ਨਾ ਕਰਵਾਉਂਦੀ, ਦੋਨੇ ਪਰਿਵਾਰਾਂ ਦੀ ਇੱਜ਼ਤ ਦਾ ਨਾ ਦਾਅ ਤੇ ਲਾਉਂਦੀ। ਅੱਜ ਦੋਨੇ ਪਰਿਵਾਰਾਂ ਤੇ ਉਂਗਲ ਉੱਠ ਰਹੀ ਆ। ਉਹ ਕੁੜੀ ਵਾਲੇ ਕਹਿ ਰਹੇ ਨੇ ਮੁੰਡੇ ਵਾਲੇ ਗਲਤ ਨੇ, ਮੁੰਡੇ ਵਾਲੇ ਹੁਣ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਤਾਂ ਪਤਾ ਵੀ ਕੌਣ ਗਲਤ ਆ। ਇਹਦਾ ਬਾਕੀ ਦੇਖੋ ਜਨਤਾ ਨੇ ਇਨਸਾਫ ਕਰਨਾ। ਅਸੀਂ ਸੱਚੇ ਆ, ਅਸੀਂ ਹਰ ਵਾਰੀ ਇਹੀ ਗੱਲ ਕਹਿੰਦੇ ਆ ਵੀ ਜੇ ਉਹਨਾਂ ਦੇ ਮਨ 'ਚ ਕੋਈ ਇਦਾਂ ਦੀ ਗੱਲ ਸੀ ਤਾਂ ਸਾਨੂੰ ਦੱਸ ਦੇ। ਅਸੀਂ ਤਾਂ ਉਹਨੂੰ ਆਪਦੀ ਧੀ ਬਣਾਇਆ ਸੀ, ਪਰ ਉਹਨੇ ਪਰਿਵਾਰ ਨਹੀਂ ਸਮਝਿਆ। ਹੁਣ ਉਹ ਗੱਲਾਂ ਕਰਦੇ ਨੇ ਅਸੀਂ ਕੁੜੀ ਨੂੰ ਉੱਥੇ ਤੋਰਾਂਗੇ, ਸਹੁਰਾ ਪਰਿਵਾਰ ਆ ਉਹ। ਜੇ ਉਹ ਸਹੁਰੇ ਪਰਿਵਾਰ ਬਾਰੇ ਇੰਨਾ ਸੋਚਦੀ ਹੁੰਦੀ ਤਾਂ ਦੱਸੋ ਵੀ ਕਿਹੜੀ ਇਹੋ ਜਿਹੀ ਕੁੜੀ ਆ ਜਿਹੜੀ ਆਪਦੀ ਮਾਂ ਨੂੰ 2 ਮਹੀਨੇ ਬਾਅਦ ਫੋਨ ਕਰਦੀ ਆ। ਕੈਨੇਡਾ ਕੁੜੀ ਗਈ ਹੋਈ 2 ਮਹੀਨੇ ਬਾਅਦ, ਕਿਹੜੀ ਇਹੋ ਜਿਹੀ ਜਿਹੜੀ ਆਪਦੀ ਮਾਂ ਨੂੰ, ਚਲੋ ਅਸੀਂ ਕਹਿੰਦੇ ਵੀ ਸਾਡੀ ਧੀ ਆ, ਉਹ ਕਹਿੰਦੇ ਵੀ ਉਹਨਾਂ ਦੀ ਧੀ ਆ, ਉਹ ਨੂੰਹ ਬਣਾ ਕੇ ਰੱਖਣ ਚਾਹੇ ਧੀ ਬਣਾ ਕੇ ਰੱਖਣ। ਜੇ ਧੀ ਮੰਨਦੀ ਉਹ ਆਪਦੇ ਆਪ ਨੂੰ, ਇਹ ਪਰਿਵਾਰ ਮੰਨਦੀ ਆ, ਫਿਰ ਉਹ ਪਰਿਵਾਰ ਨਾਲ 2-2 ਮਹੀਨੇ ਕਿਉਂ ਨਹੀਂ ਗੱਲ ਕਰਦੀ ਸੀ? ਆਪਦੀ ਮਾਂ ਨੂੰ ਕਿਉਂ ਫੋਨ ਲਾਉਂਦੀ ਸੀ? ਚੈਟ ਦੇ ਵਿੱਚ ਆ ਸਾਡਾ ਮੁੰਡਾ ਗੱਲ ਕਰਦਾ, ਉਹਨੇ ਕਹਿਣਾ ਮੰਮੀ ਨੂੰ ਫੋਨ ਲਾਇਆ ਹੋਇਆ, ਮੈਂ ਉੱਥੇ ਗੱਲ ਕਰਦੀ ਆ, ਮੰਮੀ ਨਾਲ ਗੱਲ ਕਰਦੀ ਆ। ਕਦੇ ਉਹਨੇ ਮੁੰਡੇ ਨੇ ਸਾਡੇ ਨੇ ਕਹਿਣਾ ਵੀ ਤੂੰ ਚੱਲ ਮੰਮੀ ਨਾਲ ਤਾਂ ਗੱਲ ਕਰ ਲੈ, ਮੈਨੂੰ ਕਹਿ ਰਹੇ ਨੇ।
ਚਾਹੇ ਤੁਸੀਂ ਪੁੱਛ ਵੀ ਲਓ 2-2 ਮਹੀਨਿਆਂ ਬਾਅਦ ਉਹਦਾ ਫੋਨ ਆਉਂਦਾ ਜੀ ਇੱਥੇ, ਉਹ ਵੀ 5 ਮਿੰਟ ਗੱਲ ਕਰਨੀ ਬਸ ਕੱਟ ਦੇਣਾ। ਕੋਈ ਇਦਾਂ ਨਹੀਂ, ਜੇ ਦੇਖੋ ਜਦੋਂ ਆਪਾਂ ਆਪਣਾ ਪਰਿਵਾਰ ਮੰਨਦੇ ਆ ਆਪਾਂ ਦਿਨ ਰਾਤ ਫੋਨ ਕਰਦੇ ਆ, ਟਾਈਮ 'ਚੋਂ ਟਾਈਮ ਕੱਢ ਕੇ ਵੀ ਕਰਦੇ, ਚਾਹੇ 5 ਮਿੰਟ ਕਰ ਲਈਏ, ਕਿਉਂਕਿ ਐਂ ਹੁੰਦਾ ਵੀ ਚਲੋ ਆਪਦਾ ਪਰਿਵਾਰ ਆ, ਕੋਈ ਹੌਸਲਾ ਨਾ ਹਾਰੇ ਵੀ ਹਾਂ ਵੀ ਸਾਡਾ ਮੁੰਡਾ ਹੋ ਰਿਹਾ, ਸਾਡੀ ਨੂੰਹ ਬਾਰੇ ਆ, ਵੀ ਇਦਾਂ ਦਾ ਕੋਈ ਮਨ 'ਚ ਨਾ ਆਵੇ ਇਹਨਾਂ ਦੇ, ਵੀ ਇਹਨਾਂ ਨੂੰ ਤਸੱਲੀ ਰਹੇ ਵੀ ਅਸੀਂ ਪੈਸੇ ਲਾਏ ਨੇ ਤਾਂ ਸਾਡਾ ਕੁਝ ਬਣ ਜਾਊਗਾ। ਉਹਦਾ 2-2 ਮਹੀਨੇ ਫੋਨ ਹੀ ਨਹੀਂ ਕਰਦੀ ਸੀ। ਤੇ ਬਾਕੀ ਰਹੀ ਗੱਲ, ਉਹ ਕਹਿੰਦੇ ਨੇ ਜੀ ਫੋਨ ਦੀ ਗੱਲ, ਸਾਡੀ ਕੁੜੀ ਤੋਂ ਫੋਨ ਮੰਗਦਾ ਸੀ, ਫੋਨ ਨਹੀਂ ਮੰਗਦਾ ਸੀ, ਫੋਨ ਉਹਨੇ ਇੱਕ ਅੱਧੀ ਵਾਰੀ ਕਿਹਾ, ਉਹਨੇ ਇਸ ਤੋਂ ਬਾਅਦ ਇਹ ਗੱਲ ਕਹੀ ਵੀ ਤੂੰ ਮੈਨੂੰ $200-300 ਹੀ ਭੇਜ ਦਾਂਦੀ, ਵੀ ਚਲੋ ਮੈਂ ਕੁਝ ਪੈਸੇ ਘਰੋਂ ਲੈ ਲੈਂਦਾ। ਸਾਡੇ ਕੋਲੇ ਹਾਲੇ ਵੀ ਉਹਦਾ ਫੋਨ ਪਿਆ, ਉਹ ਫੋਨ ਦਾ ਸਮਾਨ ਵੀ ਨਹੀਂ ਮਿਲ ਰਿਹਾ ਜੀ, ਇੰਨਾ ਪੁਰਾਣਾ ਫੋਨ ਆ ਜਿਹਦੇ ਨਾਲ ਉਹ ਟਾਈਮ ਕੱਢ ਰਿਹਾ ਸੀ। ਉਹਨੇ ਕਿਵੇਂ ਨਾ ਕਿਵੇਂ 2 ਮਹੀਨੇ ਫੋਨ ਰਿਪੇਅਰ ਖਾਤਰ ਰੱਖਿਆ ਉਹਨੇ, 2 ਮਹੀਨੇ ਉਹਨੇ ਫੋਨ ਨਹੀਂ ਚਲਾਇਆ, ਆਪਦਾ ਡੈਡੀ ਵਾਲਾ ਫੋਨ ਇਸਤੇਮਾਲ ਕੀਤਾ। ਇਸ ਤੋਂ ਬਾਅਦ ਜਦੋਂ ਉਹ ਲਿਆਇਆ, ਚਲੋ ਸਾਨੂੰ ਉਹਨੇ ਕਿਹਾ ਵੀ ਮੈਨੂੰ ਫੋਨ ਨਹੀਂ ਭੇਜ ਦਿਓ, ਆ ਦੇਖੋ ਮੇਰੇ ਹੱਥ 'ਚ ਫੋਨ ਆ ਇਸ ਟਾਈਮ, ਉਹਦਾ 40,000 ਦਾ ਫੋਨ ਲੈ ਕੇ ਦਿੱਤਾ ਸੀ। ਉਹ ਕਹਿੰਦੇ ਨੇ ਨਾ ਵੀ ਚਿੱਟਾ ਲਾਉਂਦਾ, ਚਿੱਟੇ ਲਾਉਣ ਵਾਲੇ ਨੂੰ ਕਿਹੜਾ ਇਹੋ ਜਿਹਾ ਮਾਂ ਬਾਪ ਆ ਜਿਹੜਾ 40,000 ਦਾ ਫੋਨ ਲੈ ਕੇ ਦੇ ਦੂ, ਇੱਕ ਵੀ ਕੇਸ ਦਿਖਾ ਦਿਓ, ਇੱਕ ਵੀ ਘਰ ਦਿਖਾ ਦਿਓ। ਉਹ ਕਹਿੰਦੇ ਨੇ 5,000 ਦਾ ਚਿੱਟਾ, 5-5 ਦੇ ਚਿੱਟੇ ਪਿੱਛੇ ਸਾਡੀ ਕੁੜੀ ਕਿੱਥੋਂ ਪੈਸੇ ਭੇਜੇ, 1.5 ਲੱਖ ਦਾ ਚਿੱਟਾ ਹੋ ਗਿਆ ਜੀ, 5 ਕਿੱਲੇ ਪੈਲੀ ਆ, ਤੁਸੀਂ ਆਪ ਲਾ ਲਓ ਵੀ ਹੁਣ ਨੂੰ ਕਿੰਨੀ ਵਿਕ ਜਾਂਦੀ। 5,000 ਦਾ ਚਿੱਟਾ ਲਾਉਣ ਵਾਲਾ ਕਦੇ ਸਿੱਧਾ ਘਰ ਨਹੀਂ ਆਉਂਦਾ, ਆ ਪਿੰਡ ਸਾਰਾ ਬੈਠਾ, ਇੱਕ ਬੰਦਾ ਵੀ ਕਹਿ ਦੇ ਵੀ ਮੈਂ ਲਾਡੀ ਨੂੰ ਘਰੇ ਛੱਡ ਕੇ ਆਇਆ ਅੱਜ ਤੱਕ, ਦੇਖ ਲਓ 23 ਸਾਲ ਦਾ ਹੋ ਗਿਆ ਸੀ ਉਹ, 23 ਸਾਲ 'ਚ ਇੱਕ ਦਿਨ ਵੀ ਉਹਨੂੰ ਬੰਦਾ ਸਾਡੇ ਗੇਟ ਤੇ ਲਾਉਣ ਆ ਗਿਆ ਹੋਵੇ ਵੀ ਇਹ ਸ਼ਰਾਬੀ, ਇਹਨੂੰ ਘਰੇ ਛੱਡ ਕੇ ਆਇਆ, ਮੈਂ ਅੰਦਰ ਬੈੱਡਾਂ ਤੇ ਪਾ ਕੇ ਆਇਆ, ਜਾਂ ਨਸ਼ੇ ਨਾਲ ਇਹ ਡਿੱਗਿਆ ਪਿਆ ਸੀ, ਅਸੀਂ ਇਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ, ਉਹ ਚੱਕ ਕੇ ਲੈ ਕੇ ਗਏ ਨੇ। ਇੱਕ ਵੀ ਬੰਦਾ ਕਹਿ ਦੇ ਅਸੀਂ ਗੱਲ ਮੰਨ ਲਾਂਗੇ। ਹਾਂ, ਤਾਂ ਹੁਣ ਜਿਹੜੀਆਂ ਗੱਲਾਂ ਉਧਰੋਂ ਬੇਅੰਤ ਕੌਰ ਵੱਲੋਂ ਕਹੀਆਂ ਜਾ ਰਹੀਆਂ, ਕੁਛ ਇੱਧਰੋਂ ਕਹੀਆਂ ਜਾ ਰਹੀਆਂ ਨੇ, ਇਹਨਾਂ ਦੇ ਜਵਾਬ ਇਹਨਾਂ ਨੂੰ ਦੇਣੇ ਬਣਦੇ ਆ। ਤਾਂ ਇੱਕ ਪਰਿਵਾਰਕ ਮਸਲਾ ਹੈ, ਇਹ ਵੀ ਪੰਜਾਬ ਦਾ ਪਰਿਵਾਰ ਆ, ਸਾਡੇ ਵੀ ਪਰਿਵਾਰ ਨੇ, ਤਾਂ ਸਾਡਾ ਨਹੀਂ ਜੀ ਕਰਦਾ ਹੁੰਦਾ ਸੀ ਇਸ ਤਰ੍ਹਾਂ ਦੇ ਮਸਲੇ ਦੇ ਉੱਤੇ ਕੁਝ ਸਟੋਰੀਆਂ ਕਰੀਏ, ਕੁਝ ਇੰਟਰਵਿਊਜ਼ ਕਰੀਏ, ਕਿਉਂਕਿ ਪਰਿਵਾਰਕ ਮਸਲੇ ਨੇ ਔਰ ਦੁੱਖ ਸੁੱਖ ਜਿਹੜਾ ਕਿਸੇ ਤੇ ਵੀ ਆ ਸਕਦਾ, ਦੁੱਖ ਸੁੱਖ ਜਿਹੜਾ ਕਿਸੇ ਵੀ ਘਰ ਦੇ ਵਿੱਚ ਇਸ ਤਰ੍ਹਾਂ ਦੀ ਮੁਸੀਬਤ ਕਿਤੇ ਵੀ ਆ ਸਕਦੀ ਆ। ਪਰ ਹੁਣ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਹੁੰਚ ਚੁੱਕਿਆ, ਤਾਂ ਇਹ ਅਸੀਂ ਕਵਰ ਕਰ ਰਹੇ ਹਾਂ। ਤਾਂ ਇੱਕ ਮੈਂ ਪੁੱਛਣਾ ਚਾਹੁੰਦਾ, ਜਦੋਂ ਸੋਸ਼ਲ ਮੀਡੀਆ ਤੇ ਨਾ ਇੱਕ ਨਾਮ ਕਹਿ ਰਹੇ, ਕਹਿੰਦੇ ਵੀ ਉਹ ਉੱਥੇ ਇੱਕ ਗੈਰ ਨੌਜਵਾਨ ਨਾਲ ਰਹਿੰਦੀ ਸੀ, ਕੁਛ ਰੱਬ ਜੋਤ, ਕੁਛ ਇਸ ਤਰ੍ਹਾਂ ਦਾ ਨਾਮ ਲਿਆ ਜਾ ਰਿਹਾ, ਕੁਛ ਇਹਦੇ ਬਾਰੇ ਤੁਹਾਨੂੰ ਹੈ ਅੰਦਾਜ਼ਾ ਜਾਂ ਕਿਸੇ ਉਰੇ ਉੱਪਰੋਂ ਤੁਹਾਨੂੰ ਪਤਾ ਲੱਗਿਆ ਹੋਵੇ? ਦੇਖੋ ਜੀ, ਇਹ ਸਾਡੇ ਜਦੋਂ ਭੂਆ ਦੇ ਮੁੰਡੇ ਨੇ ਪੋਸਟ ਪਾਈ ਫਸਟ ਟਾਈਮ, ਦੇਖੋ ਸਾਨੂੰ ਕੋਈ ਕਿਸੇ ਗੱਲ ਦਾ ਪਤਾ ਨਹੀਂ, ਸਾਨੂੰ ਤਾਂ ਮਨ 'ਚ ਵੀ ਨਹੀਂ ਸੀ ਇਹ ਗੱਲ ਵੀ ਇਹ ਰਹਿ ਰਹੀ ਆ ਜਾਂ ਕੁਛ ਵੀ ਆ। ਉਹ ਮੁੰਡੇ ਨੂੰ ਮੈਸੇਜ ਗਏ ਨੇ ਕੈਨੇਡਾ ਤੋਂ ਸਪੈਸ਼ਲੀ, ਉਹ ਕਹਿੰਦੇ ਵੀ ਜਿਹੜੀ ਤੁਸੀਂ ਕੁੜੀ ਦੀ ਗੱਲ ਕਰ ਰਹੇ ਹੋ ਵੀ ਇਹ ਤਾਂ ਇੱਥੇ ਕਿਸੇ ਨਾਲ ਲਿਵਿੰਗ 'ਚ ਰਹਿ ਰਹੀ ਆ। ਦੇਖੋ ਅਸੀਂ ਨਹੀਂ ਕਹਿੰਦੇ, ਅਸੀਂ ਕੋਈ ਅੱਖੀ ਨਹੀਂ ਦੇਖਿਆ, ਪਰ ਜਿੱਦਾਂ ਲੋਕਾਂ ਨੇ ਉਸ ਮੁੰਡੇ ਨੂੰ ਦੱਸਿਆ, ਉਹ ਮੁੰਡੇ ਨੇ ਸਾਨੂੰ ਇਹ ਗੱਲ ਦੱਸੀ ਵੀ ਮੈਨੂੰ ਲੋਕਾਂ ਦੇ ਮੈਸੇਜ ਆਏ ਨੇ ਵੀ ਕੁੜੀ ਤਾਂ ਲਿਵਿੰਗ 'ਚ ਰਹਿ ਰਹੀ ਆ ਕਿਸੇ ਨਾਲ, ਤੁਸੀਂ ਕਹਿ ਰਹੇ ਹੋ ਵੀ ਕੁੜੀ ਵਿਆਹੀ ਹੋਈ ਆ। ਇਸ ਤੋਂ ਬਾਅਦ ਕਰਦੇ ਪੋਸਟਾਂ ਜਰੀਏ ਜਿਹੜੇ ਪੇਜਾਂ ਵਾਲੇ ਨੇ ਉਹਨਾਂ ਨੇ ਮੁੰਡੇ ਨਾਲ ਰਾਬਤਾ ਕੀਤਾ, ਮੁੰਡਾ ਆਈਡੀਆਂ ਬਲੌਕ ਕਰ ਗਿਆ, ਬਿਲਕੁਲ ਹੀ ਬੰਦ ਕਰ ਗਿਆ, ਜਿੰਨੀਆਂ ਵੀ ਉਹਦੀਆਂ ਆਈਡੀਆਂ ਇੰਸਟਾਗ੍ਰਾਮ, ਫੇਸਬੁੱਕ ਜਾਂ ਟਵਿੱਟਰ, ਟਿਕਟੌਕ ਜੋ ਵੀ ਚੱਲ ਰਹੀ ਬੰਦ ਕਰ ਗਿਆ। ਉਹ ਸੱਚਾ ਹੁੰਦਾ ਬਿਆਨ ਦੇਣ ਦਾ ਵੀ ਦੇਖੋ ਮੇਰੇ ਤੇ ਐਡਾ ਵੱਡਾ ਐਲੀਗੇਸ਼ਨ ਲਾ ਰਹੇ ਹੋ, ਮੈਂ ਕਿਸੇ ਦੀ ਲਾਈਫ 'ਚ ਕਿਉਂ ਇਨਵੋਲਵ ਕਰਨਾ, ਮੈਂ ਤਾਂ ਆਪਦਾ ਸਹੀ ਹੈਗਾ। ਜਦੋਂ ਆਪਾਂ ਕਿਸੇ ਨਾਲ ਕੋਈ ਰਿਲੇਸ਼ਨ 'ਚ ਨਹੀਂ ਹੈਗੇ, ਆਪਾਂ ਕਿਵੇਂ ਕਹਾ ਲਾਂਗੇ ਜੀ ਕਿਸੇ ਬਾਰੇ। ਉਹ ਮੁੰਡਾ ਬੰਦ ਕਰ ਗਿਆ। ਇਸ ਤੋਂ ਬਾਅਦ ਦੇਖੋ ਪੇਜ ਵਾਲਿਆਂ ਨੇ ਪੂਰਾ ਪ੍ਰੋਪਰ ਐਡਰੈਸ ਪਾਇਆ ਉਹਦਾ, ਲੁਧਿਆਣੇ ਕੋਲੇ ਪਿੰਡ ਆ ਮੁੰਡੇ ਦਾ, ਸਾਰਾ ਉਹਨਾਂ ਨੇ ਐਡਰੈਸ ਵੀ ਮੈਂਸ਼ਨ ਕੀਤਾ, ਇੱਕ ਪੋਸਟ ਦੇ ਵਿੱਚ ਪਾਇਆ ਹੋਇਆ ਵੀ ਆ ਇਸ ਜਗ੍ਹਾ ਦਾ ਮੁੰਡਾ ਗਾ, ਇੱਦਾਂ ਕਿ ਰਾਤ ਕੁੜੀ ਕਹਿ ਰਹੀ ਹੈ, ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ, ਨਾਮ ਵੀ ਨਹੀਂ ਸੁਣਿਆ, ਨਾਮ ਵੀ ਨਹੀਂ ਸੁਣਿਆ। ਦੇਖੋ ਚਲੋ ਨਾਮ ਨਹੀਂ ਸੁਣਿਆ, ਫਿਰ ਅਸੀਂ 15 ਦਿਨਾਂ ਦੇ ਇੰਟਰਵਿਊ ਕਰ ਰਹੇ ਹਾਂ, ਤੁਸੀਂ ਉਸ ਦਿਨ ਦੇ ਆ ਜਾਂਦੇ। ਬਸੀ ਦਾ ਸ਼ੋਅ ਚੱਲਿਆ ਫਸਟ ਟਾਈਮ, ਅਸੀਂ ਕਿਸੇ ਨੂੰ ਇੰਟਰਵਿਊ ਨਹੀਂ ਦਿੱਤੀ, ਬਸੀ ਦਾ ਸ਼ੋਅ ਚੱਲਿਆ, ਉਹਦੇ ਵਿੱਚ ਮੁੱਦਾ ਚੱਕਿਆ ਗਿਆ, ਕੁੜੀ ਦਾ ਇਹਨਾਂ ਦਾ ਕੋਈ ਰਿਸ਼ਤੇਦਾਰ ਆਸਟ੍ਰੇਲੀਆ ਤੋਂ, ਉਹ ਬੋਲਿਆ, ਕੁੜੀ ਆਪ ਕਿਉਂ ਨਹੀਂ ਬੋਲੀ, ਕੁੜੀ ਦੇ ਮਾਂ-ਬਾਪ ਕਿਉਂ ਨਹੀਂ ਬੋਲੇ। ਦੇਖੋ ਕਿਸੇ ਤੇ ਗਲਤ ਐਲੀਗੇਸ਼ਨ ਲੱਗਦਾ, ਅਗਲਾ ਕਹਿੰਦਾ ਦੇਖੋ ਜੀ ਅਸੀਂ ਸੱਚੇ ਬੋਲਦੇ ਹਾਂ, ਅਸੀਂ ਸਾਹਮਣੇ ਖੜੇ ਹਾਂ, ਸਾਨੂੰ ਪੁੱਛੋ ਕੀ ਪੁੱਛਣਾ। ਜੋ ਸੱਚੇ ਹੁੰਦੇ ਉਸ ਦਿਨ ਡਿਬੇਟ ਤੇ ਆ ਜਾਂਦੇ, ਬਸੀ ਦੇ ਸ਼ੋਅ ਤੇ ਉਹਨੂੰ ਦੁਬਾਰਾ ਕਹਿੰਦੇ ਵੀ ਦੇਖੋ ਸਾਡਾ ਪੱਖ ਵੀ ਰੱਖੋ, ਕੋਈ ਪੱਖ ਨਹੀਂ ਰੱਖਿਆ। ਕੱਲ ਫਸਟ ਟਾਈਮ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਵੀ ਝੂਠ ਬੋਲੀ ਜਾਂਦੇ ਨੇ। ਇੱਕ ਉਹਨਾਂ ਦਾ ਚਾਚਾ ਕਹੀ ਜਾਂਦਾ ਮੈਂ ਜੀ ਲੜਕੇ ਦੇ ਪਿਓ ਨੂੰ ਫੋਨ ਕੀਤਾ ਸੀ, ਅਸੀਂ ਆਖਿਆ ਵੀ ਤੁਹਾਡਾ ਮੁੰਡਾ ਨਸ਼ੇ ਕਰਦਾ, ਸਾਡੀ ਕੁੜੀ ਨੂੰ ਗਾਲਾਂ ਕੱਢਦਾ, ਉਹ ਕਹਿੰਦਾ ਕੋਈ ਨਹੀਂ ਮੈਂ ਸਮਝਾਊਂਗਾ। ਅਸੀਂ ਕਹਿੰਦੇ ਸਾਡੇ ਡੈਡੀ ਦਾ ਨੰਬਰ ਇੱਕੋ ਹੀ ਨੰਬਰ ਚੱਲਦਾ, ਅੱਜ ਤੱਕ ਦੀ ਡਿਟੇਲ ਕਢਾ ਲਓ, ਜੇ ਉਹਦੇ ਸਹੁਰੇ ਪਰਿਵਾਰ ਵੱਲੋਂ ਕੋਈ ਫੋਨ ਆਇਆ ਹੋਵੇ ਉਹਨੂੰ ਇਸ ਦੇ ਰਿਕਾਰਡਿੰਗ। ਦੇਖੋ ਇਹੋ ਜਿਹਾ ਕਿਹੜਾ ਬੰਦਾ ਗਾ, ਇਹ ਤਾਂ ਬੰਦੇ ਸੱਚੇ ਉੱਚੇ ਨੇ, ਜੋ ਕਹਾਂਗੇ ਸੱਚੀ ਗੱਲ ਕਹਾਂਗੇ। ਇਹ ਕਹਿੰਦੇ ਸਾਨੂੰ ਇੱਕ ਦਿਨ ਵੀ ਕਿਹਾ ਹੁੰਦਾ, ਇਹੋ ਜਿਹਾ ਕਿਹੜਾ ਪਿਓ ਹੈ ਜਿਹੜਾ ਆਪਦੇ ਪੁੱਤ ਨੂੰ ਨਸ਼ੇ ਕਰਨ ਲਾਊਗਾ। ਬੇਅੰਤ ਕੌਰ ਵੱਲੋਂ ਲਾਏ ਗਏ ਜਿਹੜੇ ਸਾਰੇ ਇਲਜ਼ਾਮ ਜਿਹੜੇ ਹੈਗੇ ਆ ਪਰਿਵਾਰ ਨਕਾਰ ਰਿਹਾ, ਅਸੀਂ ਕੋਸ਼ਿਸ਼ ਕਰਾਂਗੇ ਬੇਅੰਤ ਕੌਰ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ। ਇਹ ਜਿਹੜੀ ਘਟਨਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਇਸ ਵਕਤ ਇਹਦਾ ਜਿਹੜਾ ਮਸਲਾ ਉੱਠ ਰਿਹਾ, ਪਰਿਵਾਰਕ ਮਸਲੇ ਨੇ। ਵੈਸੇ ਤਾਂ ਇਹ ਹੋਣਾ ਨਹੀਂ ਚਾਹੀਦਾ, ਇਸ ਤਰ੍ਹਾਂ ਦੀ ਗੱਲਬਾਤ ਤੇ ਦੁਸ਼ਮਣ ਦੇ ਘਰੇ ਵੀ ਨਾ ਹੋਵੇ,
ਪਰ ਇਹ ਹੋ ਚੁੱਕਾ ਹੈ ਔਰ ਹੋਇਆ ਵੀ ਇਹਨਾਂ ਦੇ ਆਪਣਿਆਂ ਵੱਲੋਂ ਆ। ਔਰ ਲਵਪ੍ਰੀਤ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਸ ਲੜਕੀ ਦੇ ਨਾਲ ਆਨੰਦ ਕਾਰਜ ਲਏ, ਆਪਣੀ ਗ੍ਰਸਥੀ ਜੀਵਨ ਜਿਹੜਾ ਕਿ ਉਹ ਚੰਗਾ ਬਿਤਾਉਣ ਦੇ ਲਈ, ਔਰ ਇਹ ਸੋਚ ਕੇ ਇਹਨਾਂ ਨੇ ਜ਼ਮੀਨ ਵੀ ਉਰੇ ਪਰੇ ਕਰਕੇ ਮੰਗ ਤੰਗ ਕੇ ਵੀ ਚਲੋ ਕੈਨੇਡਾ ਜਾ ਕੇ ਪਰਿਵਾਰ ਜਿਹੜਾ ਉਹ ਚੰਗੀ ਜ਼ਿੰਦਗੀ ਜਿਊਗਾ, ਪਰ ਭਵਿੱਖ ਜਿਹੜਾ ਉਹ ਕੁਝ ਹੋਰ ਨਿਕਲਿਆ। ਔਰ ਇਹਨੂੰ ਵੇਖ ਕੇ ਜਿਹੜਾ ਕਈ ਮਾਪੇ ਜਿਹੜੇ ਆ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਨੂੰ ਬਾਹਰ ਭੇਜਣਾ ਸੀ, ਜਿਨ੍ਹਾਂ ਨੇ ਅਜੇ ਰਿਸ਼ਤੇ ਕਰ ਦਿੱਤੇ ਸੀ, ਜਿਨ੍ਹਾਂ ਨੇ ਇਹ ਸੋਚਿਆ ਸੀ ਵੀ ਚਲੋ ਖਰਚਾ ਮੁੰਡੇ ਵਾਲੇ ਕਰ ਦੇਣਗੇ, ਕੁੜੀ ਸਾਡੀ ਬਾਹਰ ਚਲੀ ਜਾਊਗੀ, ਜਾਂ ਖਰਚਾ ਕੁੜੀ ਵਾਲੇ ਕਰ ਦੇਣਗੇ, ਮੁੰਡਾ ਸਾਡਾ ਬਾਹਰ ਚਲਾ ਜਾਊਗਾ, ਉਹ ਜਿਹੜੇ ਇਸ ਵਕਤ ਉਹ ਹੱਥ ਤੇ ਹੱਥ ਰੱਖ ਕੇ ਸੋਚ ਰਹੇ ਆ ਵੀ ਆਖਰ ਉੱਥੇ ਜਾਂਦਿਆਂ ਸਾਰ ਕੁੜੀਆਂ ਦੇ ਮੁੰਡਿਆਂ ਦੇ ਮਨਾਂ ਦੇ ਵਿੱਚ ਐਸਾ ਕਿਹੜਾ ਲਾਲਚ ਆਉਂਦਾ ਜਿਹੜਾ ਉਹਨਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਏ ਗਏ 4 ਆਨੰਦ ਕਾਰਜ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਦਿੱਤੇ ਗਏ ਬਚਨ ਜਿਹੜੇ ਆ ਉਹ ਯਾਦ ਨਹੀਂ ਰਹਿੰਦੇ। ਜੇ ਯਾਦ ਰਹਿੰਦਾ ਤਾਂ ਕੈਨੇਡਾ ਦੇ ਜਿਹੜੇ ਆ ਉਹ ਰੰਗ ਤੰਗ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇੱਕ ਗੱਲ ਕਹਿਣਾ ਵੀਰ ਜੀ, ਉਹ ਕਹਿੰਦੇ ਸੀ ਵੀ 6 ਮਹੀਨੇ ਸਾਨੂੰ ਪਹਿਲਾਂ ਲਾਡੀ ਦਾ ਪਤਾ ਲੱਗ ਗਿਆ ਸੀ। ਉਹਨਾਂ ਨੇ ਸਾਡੇ ਪਿੰਡ ਦੇ ਸਰਪੰਚ ਨਾਲ, ਕਿਸੇ ਮੈਂਬਰ ਨਾਲ, ਚਲੋ ਮੇਰਾ ਉਹਨਾਂ ਨਾਲ ਟੱਚ ਹੈ ਨਹੀਂ ਸੀਗਾ, ਹਨਾ। ਮੇਰਾ ਵੱਡਾ ਭਰਾ ਪੰਜਾਬ ਪੁਲਿਸ ਤੋਂ ਰਿਟਾਇਰ ਹੋਇਆ, ਉਹਨਾਂ ਦੇ ਬੇਅੰਤ ਦੇ ਡੈਡੀ ਦਾ ਜਿਹੜਾ ਚਾਚਾ ਖਨੀ ਤਾਇਆ ਉਹ ਪੰਚਾਇਤ ਮੈਂਬਰ ਹੈ। ਉਹ ਇੱਕ ਸਿੰਗਲ ਚੀਜ਼ ਸਬੂਤ ਕਰਨ ਵੀ ਸਾਡੇ ਕਿਸੇ ਰਿਸ਼ਤੇਦਾਰ ਨਾਲ ਕਨੈਕਟ ਕੀਤਾ ਹੋਵੇ, ਮੇਰੇ ਭਾਈ ਨਾਲ ਕਰਿਆ ਹੋਵੇ, ਉਹਨਾਂ ਨੇ ਸਾਰੀਆਂ ਕਾਲ ਡਿਟੇਲਾਂ ਕਰਾ, ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਬਾਈ, ਉਹ ਨਿਰਾ ਝੂਠ ਹੈ ਬਸ ਉਹਨਾਂ ਕੋਲੇ। ਹਾਂਜੀ, ਤਾਂ ਇਹਨਾਂ ਦਾ ਕਹਿਣਾ ਵੀ ਲੜਕੀ ਵਾਲੇ ਬਿਲਕੁਲ ਜਿਹੜੇ ਆ ਉਹ ਬੇਬੁਨਿਆਦ ਉਹਨਾਂ ਦੀਆਂ ਗੱਲਾਂ ਹੈਗੀਆਂ ਨੇ। ਕਾਫੀ ਦਿਨਾਂ ਬਾਅਦ ਲੜਕੀ ਜਿਹੜੀ ਆ ਉਹ ਸਾਹਮਣੇ ਆਈ ਹੈ, ਹਾਲਾਂਕਿ ਉਸ ਇੰਟਰਵਿਊ ਦੇ ਵਿੱਚ ਉਹ ਕਾਫੀ ਸਹਿਮੀ ਤੇ ਰੋ ਰਹੀ ਹੈ। ਤਾਂ ਪਰਿਵਾਰ ਜਿਹੜਾ ਇਸ ਵਕਤ ਲਵਪ੍ਰੀਤ ਦਾ ਆਪਣਾ ਪੱਖ ਰੱਖ ਰਿਹਾ, ਉਹਦਾ ਪਰਿਵਾਰ ਨੇ ਪਹਿਲੀ ਵਾਰ ਉੱਥੇ ਮੀਡੀਆ ਦੇ ਉੱਤੇ ਆਪਣਾ ਪੱਖ ਰੱਖਿਆ। ਅਸੀਂ ਵੀ ਕੋਸ਼ਿਸ਼ ਕਰਾਂਗੇ, ਪਰ ਹੁਣ ਇੱਕ ਪਰਿਵਾਰ ਦੇ ਵਾਸਤੇ ਇੱਕ ਜਵਾਨ ਪੁੱਤ ਦਾ ਚਲੇ ਜਾਣਾ, ਇਹ ਸਾਰੀਆਂ ਗੱਲਾਂ ਉਸ ਤੋਂ ਬਾਅਦ ਰਹਿ ਜਾਂਦੀਆਂ। ਤਾਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਲਵਪ੍ਰੀਤ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਔਰ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦਾ ਹਰ ਮਾਂ-ਬਾਪ, ਹਰ ਧੀ ਪੁੱਤ ਜਿਹੜਾ ਕੈਨੇਡਾ ਜਾਂਦਾ, ਉਹ ਉੱਥੇ, ਕਿਉਂਕਿ ਕੈਨੇਡਾ ਵੀ ਇੱਕ ਸਿਰਫ ਧਰਤੀ ਹੈ, ਦੇਸ਼ ਹੈ, ਉੱਥੇ ਵੀ ਜਾ ਕੇ ਤੁਸੀਂ ਆਪਣੀ ਇਨਸਾਨੀਅਤ ਨੂੰ ਤਾਂ ਕਮ ਸੇ ਕਮ ਕਾਇਮ ਰੱਖੋ। ਰਿਸ਼ਤਿਆਂ ਤੋਂ ਉੱਤੇ ਕੁਝ ਨਹੀਂ ਹੈਗਾ, ਨਾ ਕੋਈ ਡਾਲਰ, ਨਾ ਕੋਈ ਮੁਲਕ, ਨਾ ਕੋਈ ਐਸ਼ ਆਰਾਮ ਦੀ ਜ਼ਿੰਦਗੀ। ਜੇ ਤੁਹਾਡੇ ਪਤੀ ਪਤਨੀ, ਤੁਹਾਡੇ ਮਾਂ-ਬਾਪ ਤੁਹਾਡੇ ਇਸ ਰਿਸ਼ਤੇ ਤੋਂ ਸੰਤੁਸ਼ਟ ਆ, ਤੁਹਾਡੀਆਂ ਨਨਾਨਾ, ਮਾਮੇ, ਚਾਚੇ ਸਾਰੇ ਤੁਹਾਡੇ ਇਸ ਰਿਸ਼ਤੇ ਤੋਂ ਸੰਤੁਸ਼ਟ ਨੇ, ਤਾਂ ਤੁਸੀਂ ਪੰਜਾਬ ਦੇ ਵਿੱਚ ਬੈਠੇ ਵੀ ਸੋਹਣੀ ਤੇ ਜਿਹੜੀ ਸੁਹਾਵਣੀ ਜ਼ਿੰਦਗੀ ਬਤੀਤ ਕਰ ਸਕਦੇ ਹੋ। ਵਰਨਾ ਕੈਨੇਡਾ 'ਚ ਜਾ ਕੇ ਪਰਿਵਾਰਾਂ ਨੂੰ ਹੀ ਜਿਹੜਾ ਕਿ ਦਰਦ ਦੇਣਾ, ਕਿਸੇ ਦਾ ਧੀ ਪੁੱਤ ਤੁਹਾਡੀ ਕਿਸੇ ਇੱਕ ਲਾਲਚ ਦੇ ਕਰਕੇ ਜਾਂ ਤੁਹਾਡੇ ਚਰਿੱਤਰਹੀਣ ਕਾਰਨਾਂ ਕਰਕੇ ਜਿਹੜਾ ਉਹ ਆਪਣੇ ਪੁੱਤ ਨੂੰ ਜਾਂ ਆਪਣੀ ਧੀ ਨੂੰ ਸਦਾ ਲਈ ਗਵਾਉਂਦਾ, ਤਾਂ ਇਸ ਤੋਂ ਵੱਡਾ ਜਿਹੜਾ ਪਾਪ ਜਿਹੜਾ ਹੈਗਾ ਉਹ ਨਹੀਂ ਹੋਊਗਾ। ਸੱਚਮੁੱਚ ਇਹ ਗੱਲ ਯਾਦ ਆਉਂਦੀ ਕਿ ਕਿਸੇ ਵਕਤ ਗੀਤ ਹੁੰਦੇ ਸੀ ਵੀ ਮਾਏ ਮੈਨੂੰ ਪ੍ਰਦੇਸਾਂ 'ਚ ਨਾ ਵਿਆਹੀ, ਧੀਆਂ ਰੋਂਦੀਆਂ ਹੁੰਦੀਆਂ ਸੀ, ਇਹ ਯਾਦ ਕਰ ਕਰਕੇ। ਪਰ ਅੱਜ ਠੀਕ ਹੈ, ਸਮਾਂ ਬਦਲਿਆ, ਬਹੁਤ ਕੁਝ ਬਦਲ ਚੁੱਕਾ, ਪਰ ਇਹ ਜ਼ਰੂਰ ਇੰਨਾ ਕਿ ਸਾਨੂੰ ਕਮ ਸੇ ਕਮ ਆਪਣੇ ਵਿਰਸੇ ਦੇ ਨਾਲ, ਆਪਣੇ ਸੰਸਕਾਰਾਂ ਦੇ ਨਾਲ ਜੁੜੇ ਰਹਿਣਾ ਪਊਗਾ ਵੀ ਤੁਹਾਡਾ ਪਤੀ ਹੈ ਜਿਹੜਾ ਉਹ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਜਿਹੜੇ ਤੁਸੀਂ 4 ਆਨੰਦ ਕਾਰਜ ਲਏ ਆ, ਤੁਹਾਡੀ ਪਤਨੀ ਜਿਹੜੀ ਆ, ਇਹ ਗੱਲ ਇਕੱਲੀ ਕੁੜੀਆਂ ਵਾਸਤੇ ਨਹੀਂ ਗੀ, ਨਾ ਹੀ ਇਕੱਲੇ ਮੁੰਡਿਆਂ ਵਾਸਤੇ ਆ। ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਉਛਾਲੀਏ, ਕਿਸੇ ਦੀ ਧੀ ਦੀ ਫੋਟੋ ਪਾ ਕੇ, ਕਿਸੇ ਦੇ ਪੁੱਤ ਦੀ ਫੋਟੋ ਪਾ ਕੇ, ਆਨੰਦ ਕਾਰਜ ਦੀ ਫੋਟੋ ਪਾ ਕੇ ਕਹੀਏ ਆਹ ਵੇਖੋ ਜੀ ਇੱਥੇ ਆ ਕੇ ਇਹਨੇ ਧੋਖਾ ਕੀਤਾ, ਇਹ ਧੋਖੇਬਾਜ਼ ਜਨਾਨੀ ਹੈ ਜੀ, ਇਹ ਫਲਾਣੀ ਹੈ ਜੀ, ਇਸ ਤਰ੍ਹਾਂ ਆ, ਜਾਂ ਇਹ ਧੋਖੇਬਾਜ਼ ਮੁੰਡਾ, ਇਹ ਫਲਾਣੇ ਨਾਲ ਰਹਿੰਦਾ, ਉਹਦੇ ਨਾਲ ਰਹਿੰਦਾ, ਉਹਨੂੰ ਕੱਢ ਕੇ ਲੈ ਗਿਆ, ਫਲਾਣੇ ਲੈ ਗਿਆ। ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਸਾਡੇ ਪਰਿਵਾਰ ਨੇ ਧੀ ਚਲੇ ਗਈ ਆ ਤਾਂ ਉਹ ਵੀ ਇੱਕ ਪੰਜਾਬ ਦੀ ਗਈ ਹੈ, ਜੇ ਧੀ ਦੀ ਬਦਨਾਮੀ ਹੋਊਗੀ ਉਹ ਵੀ ਇੱਕ ਪੰਜਾਬ ਦੇ ਪਰਿਵਾਰ ਦੇ ਧੀ ਦੀ ਬਦਨਾਮੀ ਹੈ, ਜੇ ਪੁੱਤ ਚਲਾ ਗਿਆ ਉਹ ਵੀ ਇੱਕ ਪੰਜਾਬ ਦਾ ਪੁੱਤ ਚਲਾ ਗਿਆ। ਤਾਂ ਸਾਰਿਆਂ ਨੂੰ ਸੋਚਣਾ ਪਊਗਾ ਵੀ ਅਸੀਂ ਕੌਣ ਆ, ਸਾਡਾ ਵਿਰਸਾ ਕੀ ਹੈ। ਠੀਕ ਆ, ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਤੁਸੀਂ ਤਰੱਕੀਆਂ ਦੇ ਝੰਡੇ ਗੱਡੇ ਆ, ਬਹੁਤ ਤਰੱਕੀ ਕੀਤੀ ਆ, ਮਿਹਨਤਾਂ ਕੀਤੀਆਂ, ਵੱਡੀਆਂ ਪੋਸਟਾਂ 'ਤੇ ਜਾ ਕੇ ਜਿਹੜੇ ਆ ਪੰਜਾਬ ਦੇ ਜਿਹੜੇ ਉਹ ਲੋਕ ਪਹੁੰਚ ਗਏ ਆ, ਪਰ ਉੱਥੇ ਜਾ ਕੇ ਤੁਸੀਂ ਜੇ ਆਪਣੇ ਰਿਸ਼ਤਿਆਂ ਦੀ ਜਿਹੜੀ ਆ ਕਦਰ ਨਹੀਂ ਕਰਦੇ, ਜੇ ਆਪਣੇ ਪਰਿਵਾਰ ਦੀ ਕਦਰ ਨਹੀਂ ਕਰਦੇ, ਆਪਣੇ ਪਤੀ ਦੀ ਪਤਨੀ ਦੀ ਕਦਰ ਨਹੀਂ ਕਰਦੇ, ਤਾਂ ਤੁਹਾਡਾ ਕੈਨੇਡਾ ਜਾ ਕੇ ਕੀਤੀਆਂ ਤਰੱਕੀਆਂ ਉਹਦੇ ਉੱਤੇ ਵੀ ਜਿਹੜੇ ਆ ਦੁਰ ਲਾਹਨਤ ਕਹੀ ਜਾ ਸਕਦੀ।